श्री वाहिगुरु साहिब जी दोहरा। मर्दन की मन मरण मर्दन मन की मिलन को नित दासन अनुकूल। हरण मंगल सुख करन जय जय मंगल मूल दोहरा। मर्दन मन की मरण को वाहिगुरु जी का खालसा वाहिगुरु जी की फतेह। सतगुਰਾਂ ਦੀ ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ, ਵੱਡਿਆਂ ਭਾਗਾਂ ਦਾ ਸਦਕਾ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਮਿਹਰ ਦਾ ਸਦਕਾ ਗਰੀਬ ਨਵਾਜ ਪਾਤਸ਼ਾਹ ਜੀ ਦੇ ਚਰਨਾਂ ਕਮਲਾਂ ਵਿਖੇ ਗੁਰਦੁਆਰਾ ਸ਼ਹੀਦ ਬਾਬਾ ਨਿਹਾਲ ਸਿੰਘ ਜੀ ਨਗਰ ਤਲਣ ਵਿਖੇ ਜੁੜ ਬੈਠਣ ਦਾ ਸੁਭਾਗਾ ਸਮਾਂ ਪ੍ਰਾਪਤ ਹੋ ਰਿਹਾ ਹੈ। ਸੰਧਿਆ ਦੇ ਸਜੇ ਹੋਏ ਦੀਵਾਨਾਂ ਦੇ ਵਿੱਚ ਨਿੱਤਾ ਪ੍ਰਤੀ ਦੇ ਕਰਮ ਦੇ ਮੁਤਾਬਕ ਰੱਬੀ ਬਾਣੀ ਦੇ ਕੀਰਤਨ ਤਥਾ ਰਹਿਰਾਸ ਸਾਹਿਬ ਜੀ ਦੇ ਪਾਠ ਤੋਂ ਉਪਰੰਤ ਜਗਤ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸੋਹਣਾ ਸੁੰਦਰ ਪ੍ਰੇਰਨਾਮਈ ਇਤਿਹਾਸ ਸਰਵਣ ਕਰਨ ਦੇ ਲਈ ਲੜੀਵਾਰ ਕਥਾ ਵਿੱਚ ਗੁਰੂ ਕਿਰਪਾ ਸਦਕਾ ਆਪਾਂ ਰਲ ਮਿਲ ਕੇ ਹਾਜ਼ਰੀਆਂ ਲਵਾ ਰਹੇ ਹਾਂ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਸਦਕਾ ਸ੍ਰੀ ਗੁਰੂ ਨਾਨਕ ਪ੍ਰਕਾਸ਼ ਦੀ ਸੁੰਦਰ ਕਥਾ ਭਾਈ ਸੰਤੋਖ ਸਿੰਘ ਜੀ ਨੇ ਜਿਵੇਂ ਲਿਖੀ ਆ, ਨਿੱਤਾ ਪ੍ਰਤੀ ਆਪਾਂ ਲੜੀਵਾਰ ਰੂਪ ਦੇ ਵਿੱਚ ਸਤਿਗੁਰੂ ਸਾਹਿਬ ਜੀ ਦਾ ਜੀਵਨ ਵਿਚਾਰ ਰਹੇ ਹਾਂ। ਬੀਤੇ ਕੱਲ ਆਪਾਂ ਸਰਵਣ ਕੀਤਾ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਮੋਦੀਖਾਨੇ ਦੇ ਵਿੱਚ ਕਿਰਤ ਕਮਾਈ ਸੁਲਤਾਨਪੁਰ ਦੀ ਧਰਤੀ ਦੇ ਉੱਤੇ ਕਰ ਰਹੇ ਹਨ। ਭੈਣ ਨਾਨਕੀ ਨੇ ਇਹਨਾਂ ਦੇ ਵਿਆਹ ਤੋਂ ਉਪਰੰਤ ਇਹਨਾਂ ਦਾ ਵੱਖਰਾ ਘਰ ਬਣਾ ਦਿੱਤਾ ਹੈ। ਘਰ ਦੇ ਵਿੱਚ ਇਹਨਾਂ ਦੇ ਬਾਬਾ ਸ਼੍ਰੀ ਚੰਦ ਜੀ ਪੁੱਤਰ ਪੈਦਾ ਹੋਏ ਹਨ। ਜਦੋਂ ਬਾਬਾ ਸ਼੍ਰੀ ਚੰਦ ਜੀ 1 ਸਾਲ ਦੇ ਹੋਏ ਤੇ ਭੈਣ ਦੇ ਮਨ ਦੀ ਬਿਰਥਾ ਜਾਣ ਕਰਕੇ ਸਤਿਗੁਰੂ ਸਾਹਿਬ ਜੀ ਨੇ ਬਾਬਾ ਸ਼੍ਰੀ ਚੰਦ ਜੀ ਨੂੰ ਭੈਣ ਨਾਨਕੀ ਦੀ ਝੋਲੀ ਪਾ ਦਿੱਤਾ ਕਿ ਇਹਨਾਂ ਦੀ ਪਰਵਰਿਸ਼ ਇਹਨਾਂ ਦੀ ਪਾਲਣਾ ਤੁਸੀਂ ਕਰਨੀ ਹੈ। ਇਸੇ ਪ੍ਰਕਾਰ ਸਤਿਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਹੋਰ ਬਹੁਤ ਸੰਗਤਾਂ ਆਉਂਦੀਆਂ, ਲੋੜਵੰਦ ਆਉਂਦੇ ਆ। ਸਤਿਗੁਰੂ ਜੀ ਖੁੱਲ੍ਹਾ ਦਾਨ ਕਰਦੇ ਹਨ। ਜਿਹੜੇ ਨਾਮ ਦੇ ਗਾਹਕ ਬਣ ਕੇ ਆਉਂਦੇ ਆ ਉਹਨਾਂ ਨੂੰ ਸਤਿਗੁਰੂ ਜੀ ਨਾਮ ਦੇ ਦਾਨ ਦੇ ਦੁਆਰਾ ਨਿਹਾਲ ਕਰਦੇ ਹਨ, ਦਾਤਾਂ ਬਖਸ਼ਦੇ ਹਨ। ਇਸੇ ਪ੍ਰਕਾਰ ਮਲਸੀਆਂ ਨਗਰ ਦਾ ਰਹਿਣ ਵਾਲਾ ਭਾਈ ਭਗੀਰਥ ਜਿਹੜਾ ਕਾਲੀ ਦੇਵੀ ਦਾ ਪੂਜਕ ਹੈ, ਬੜੀ ਅਰਾਧਨਾ ਕਰਦਾ ਹੈ, ਭਾਵਨਾ ਬਹੁਤ ਹੈ ਮਨ ਦੇ ਵਿੱਚ। ਇੱਕ ਦਿਨ ਐਸਾ ਪ੍ਰੇਮ ਲੱਗਿਆ, ਪੂਰਾ ਦਿਨ ਲੰਘ ਗਿਆ, ਅੱਧੀ ਰਾਤ ਹੋ ਗਈ ਇਹਨੂੰ ਦੇਵੀ ਦੀ ਪੂਜਾ ਕਰਦੇ ਨੂੰ। ਮਨ ਵਿੱਚ ਭਾਵਨਾ ਆਈ ਕਿ ਅੱਜ ਮਾਤਾ ਜਦੋਂ ਪ੍ਰਗਟ ਹੋਵੇ ਤਾਂ ਉਹਨਾਂ ਤੋਂ ਮੈਂ ਇਹ ਵਰ ਮੰਗਣਾ ਹੈ ਕਿ ਮੈਨੂੰ ਮੁਕਤੀ ਦਾ ਦਾਨ ਬਖਸ਼ਿਸ਼ ਕਰ ਦਿਓ, ਜਨਮ ਮਰਨ ਕੱਟ ਦਿਓ। ਅੱਧੀ ਕੁ ਰਾਤ ਨੂੰ ਇਹਨੂੰ ਆਲਸ ਜਿਹਾ ਆ ਕੇ ਜਦੋਂ ਨੀਂਦ ਆਈ ਤੇ ਸੁਪਨੇ ਵਿੱਚ ਇਹਦੇ ਦੇਵੀ ਪ੍ਰਗਟ ਹੋ ਗਈ। ਦੇਵੀ ਨੇ ਆਖਿਆ, ਭਗਤਾ ਮੰਗ ਕੀ ਮੰਗਦਾ? ਤਾਂ ਇਹਨੇ ਆਖਿਆ, ਜੀ ਮੈਨੂੰ ਮੁਕਤੀ ਚਾਹੀਦੀ ਹੈ। ਤਾਂ ਉਸ ਵੇਲੇ ਦੇਵੀ ਨੇ ਹੱਥ ਜੋੜ ਕੇ ਆਖਿਆ ਕਿ ਮੈਂ ਦੁਨਿਆਵੀ ਪਦਾਰਥ ਤਾਂ ਦੇ ਸਕਦੀ ਹਾਂ, ਭੋਗਾਂ ਦੀ ਦਾਤੀ ਤਾਂ ਹਾਂ, ਮੋਖ ਦੀ ਦਾਤੀ ਨਹੀਂ। ਮੋਖ ਭੋਗ ਦੇ ਦਾਤੇ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਆ ਇੱਥੋਂ ਨੇੜੇ ਹੀ ਸੁਲਤਾਨਪੁਰ ਨਗਰ ਦੇ ਵਿਖੇ ਮੋਦੀਖਾਨਾ ਚਲਾ ਰਹੇ ਹਨ। ਦੁਨਿਆਵੀ ਲੋਕਾਂ ਦੇ ਵਾਂਗੂ ਵਿਚਰਦੇ ਆ। ਉਹਨਾਂ ਦੇ ਚਰਨਾਂ ਵਿੱਚ ਚਲਿਆ ਜਾ, ਉੱਥੋਂ ਤੈਨੂੰ ਮੁਕਤੀ ਦਾ ਦਾਨ ਪ੍ਰਾਪਤ ਹੋ ਜਾਵੇਗਾ। ਇਸ ਪ੍ਰਕਾਰ ਇਹ ਭਾਈ ਭਗੀਰਥ ਸ਼ਰਧਾ ਭਾਵਨਾ ਧਾਰਨ ਕਰਕੇ ਸੁਲਤਾਨਪੁਰ ਵਿਖੇ ਸਤਿਗੁਰੂ ਨਾਨਕ ਦੇਵ ਮਹਾਰਾਜ ਦੇ ਚਰਨਾਂ ਦੇ ਉੱਤੇ ਢਹਿ ਪਿਆ। ਸਤਿਗੁਰੂ ਸੱਚੇ ਪਾਤਸ਼ਾਹ ਨੇ ਇਹਦੇ ਮਨ ਦੀ ਹਾਲਤ ਜਾਣ ਕੇ ਆਖਿਆ, ਗੁਰੂ ਕੇ ਸਿੱਖਾ, ਮਨ ਵਿੱਚੋਂ ਹਉਮੈ ਹੰਕਾਰ ਦੂਰ ਕਰ ਦੇ। ਜਿਸ ਦੇ ਨਾਲ ਨਾਮ ਦਾ ਵਾਸਾ ਮਨ ਵਿੱਚ ਹੋਵੇਗਾ, ਜਦੋਂ ਨਾਮ ਮਨ ਦੇ ਵਿੱਚ ਵਸ ਗਿਆ ਤੇ ਫਿਰ ਤੂੰ ਜਨਮ ਮਰਨ ਤੋਂ ਮੁਕਤ ਹੋ ਜਾਵੇਗਾ। ਇਹਨੇ ਇਵੇਂ ਕੀਤਾ। ਸਤਿਗੁਰੂ ਜੀ ਦੀ ਸੇਵਾ ਵਿੱਚ ਉੱਥੇ ਹੀ ਰਹਿ ਪਿਆ। ਹਮੇਸ਼ਾ ਸਤਿਗੁਰੂ ਜੀ ਦੇ ਬਚਨਾਂ ਨੂੰ ਸੱਤ ਕਰਕੇ ਮੰਨਦਾ।
ਔਰ ਸਤਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਦਾ। ਸਤਿਗੁਰੂ ਨੇ ਇਹਨੂੰ ਜੀਵਨ ਮੁਕਤ ਕਰ ਦਿੱਤਾ। ਇੱਕ ਦਿਨ ਭਾਈ ਮਰਦਾਨਾ ਜੀ ਤਲਵੰਡੀ ਨਗਰ ਤੋਂ ਚੱਲ ਕੇ ਆਏ। ਸਤਿਗੁਰੂ ਪਾਤਸ਼ਾਹ ਪੁੱਛਦੇ ਨੇ, ਮਰਦਾਨਿਆਂ ਤਲਵੰਡੀ ਨਿਵਾਸੀਆਂ ਦਾ, ਮਾਤਾ ਪਿਤਾ ਦਾ, ਰਾਏ ਬੁਲਾਰ ਦਾ ਕੀ ਹਾਲ ਹੈ? ਇਹਨੇ ਸਭ ਰਾਜੀ ਖੁਸ਼ੀ ਦੱਸੀ ਅਤੇ ਨਾਲ ਹੀ ਆਪਣੇ ਆਉਣ ਦਾ ਕਾਰਨ ਦੱਸਿਆ। ਕਹਿੰਦਾ, ਮਹਾਰਾਜ ਆਪ ਜੀ ਨੇ ਇੱਕ ਵਾਰ ਮੈਨੂੰ ਬਚਨ ਕੀਤਾ ਸੀ ਕਿ ਤੂੰ ਬੇਦੀ ਕੁਲ ਦਾ ਮਰਾਸੀ ਹੈ, ਨਾਨਕ ਨਿਰੰਕਾਰੀ ਦਾ ਸੰਗੀ ਹੈ। ਅੱਜ ਤੋਂ ਬਾਅਦ ਕਿਸੇ ਹੋਰ ਦਰ ਦੇ ਉੱਤੇ ਜਾ ਕੇ ਮੰਗਤਾ ਬਣ ਕੇ ਕੁਝ ਮੰਗੀ ਨਾ। ਅਤੇ ਮਹਾਰਾਜ ਮੈਂ ਤੁਹਾਡੇ ਬਚਨਾਂ ਨੂੰ ਪੁਗਾਇਆ, ਮੈਂ ਕਿਸੇ ਹੋਰ ਦਰ ਦਾ ਮੰਗਤਾ ਨਹੀਂ ਬਣਿਆ। ਸਿਰਫ ਬੇਦੀਆਂ ਦੀ ਕੁਲ ਦੇ ਲੋਕ ਜਿਹੜੇ ਮੈਨੂੰ ਜੋ ਦਾਨ ਪੁੰਨ ਦੇ ਦਿੰਦੇ ਆ, ਉਹਦੇ ਨਾਲ ਮੇਰੀ ਗੁਜਰਾਨ ਤਾਂ ਸੋਹਣੀ ਚੱਲ ਰਹੀ ਹੈ। ਪਰ ਮੇਰੇ ਘਰ ਦੇ ਵਿੱਚ ਮੇਰੀ ਪੁੱਤਰੀ ਦਾ, ਲੜਕੀ ਦਾ, ਧੀ ਦਾ ਵਿਆਹ ਹੈ, ਜਿਸ ਕਰਕੇ ਖਰਚਾ ਬਹੁਤ ਹੋਣਾ। ਉਹ ਖਰਚਾ ਮੈਂ ਚੱਕ ਨਹੀਂ ਸਕਦਾ। ਇਸ ਅਰਥੇ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਕਰਨ ਵਾਸਤੇ ਪਹੁੰਚਿਆ ਕਿ ਆਪ ਜੀ ਕਿਰਪਾ ਕਰਕੇ ਮੇਰੀ ਮਦਦ ਕਰੋ। ਤੋ ਸਤਿਗੁਰੂ ਪਾਤਸ਼ਾਹ ਬੜੇ ਪ੍ਰਸੰਨ ਹੋਏ। ਕਹਿਣ ਲੱਗੇ, ਜੇ ਤੂੰ ਗੁਰੂ ਨਾਨਕ ਦਾ ਸਾਥੀ ਆ ਨਾ, ਤੇ ਫਿਰ ਤੈਨੂੰ ਘਾਟ ਕਿਸੇ ਚੀਜ਼ ਦੀ ਨਹੀਂ ਰਹੇਗੀ। ਉਸ ਵੇਲੇ ਭਾਈ ਭਗੀਰਥ ਜੀ ਕੋਲ ਬੈਠੇ ਸੀ। ਉਹਨਾਂ ਨੂੰ ਹੁਕਮ ਕੀਤਾ ਕਿ ਸਾਰਾ ਸਮਾਨ ਜੋ ਜੋ ਲੋੜੀਂਦਾ ਹੈ ਭਾਈ ਮਰਦਾਨੇ ਨੂੰ ਪੁੱਛ ਕੇ ਇੱਕ ਕਾਗਜ਼ ਦੇ ਉੱਤੇ ਲਿਖ ਲਓ, ਇੱਕ ਲਿਸਟ ਤਿਆਰ ਕਰ ਲਓ। ਸੋ ਸੂਚੀ ਤਿਆਰ ਕਰਨ ਤੋਂ ਬਾਅਦ ਜਦੋਂ ਸਤਿਗੁਰੂ ਜੀ ਕੋਲੇ ਭਾਈ ਭਗੀਰਥ ਗਏ, ਸਤਿਗੁਰੂ ਸਾਹਿਬ ਜੀ ਨੇ ਬਹੁਤ ਧਨ ਇਹਨਾਂ ਨੂੰ ਦਿੱਤਾ ਅਤੇ ਆਖਿਆ, ਹੁਣੇ ਹੀ ਲਾਹੌਰ ਚਲੇ ਜਾਓ ਔਰ ਲਾਹੌਰ ਦੇ ਵਿੱਚ ਜਾ ਕੇ ਉੱਥੇ ਕਿਸੇ ਤਕੜੇ ਸ਼ਾਹੂਕਾਰ ਦੇ ਕੋਲ ਜਾ ਕੇ ਇਹ ਸਾਰਾ ਸਾਜੋ ਸਮਾਨ ਲੈ ਕੇ ਅਤੇ ਕੱਲ੍ਹ ਨੂੰ ਦਿਨ ਦੇ ਸਮੇਂ ਵਿੱਚ ਵਾਪਸ ਆ ਜਾਣਾ। ਅੱਜ ਦੀ ਰਾਤ ਉੱਥੇ ਬਤੀਤ ਕਰਨੀ ਹੈ, ਕੱਲ੍ਹ ਦੀ ਰਾਤ ਉੱਥੇ ਨਹੀਂ ਬਤੀਤ ਕਰਨੀ। ਸੋ ਇਹ ਭਾਈ ਭਗੀਰਥ ਜੀ ਭਾਈ ਮਰਦਾਨਾ ਜੀ ਦੇ ਸਮੇਤ ਲਾਹੌਰ ਚਲੇ ਗਏ। ਲਾਹੌਰ ਜਾ ਕੇ ਇਹਨਾਂ ਨੇ ਇੱਕ ਬੜਾ ਤਕੜਾ ਵਪਾਰੀ ਜਿਹਦਾ ਨਾਮ ਭਾਈ ਮਨਸੁਖ ਸ਼ਾਹ ਹੈ, ਉਹਨੂੰ ਜਾ ਕੇ ਮਿਲਣਾ ਕੀਤਾ। ਉਹਦੀ ਦੁਕਾਨ 'ਤੇ ਗਏ, ਉਹਨੂੰ ਆਖਿਆ ਵੀ ਸਾਨੂੰ ਆਹ ਸਾਜੋ ਸਮਾਨ ਚਾਹੀਦਾ। ਤਾਂ ਉਹ ਕਹਿੰਦਾ ਮਿਲ ਜਾਏਗਾ, ਪਰ ਤੁਹਾਨੂੰ ਰੁਕਣਾ ਪਏਗਾ, ਥੋੜ੍ਹਾ ਸਮਾਂ ਲੱਗੇਗਾ। ਤਾਂ ਉਸ ਵੇਲੇ ਜਦੋਂ ਉਹਨੂੰ ਲਿਸਟ ਫੜਾਈ, ਉਹਨੇ ਕਿਹਾ ਲਿਆਓ ਦਿਖਾਓ ਮੈਨੂੰ ਕੀ ਕੁਝ ਸਮਾਨ ਚਾਹੀਦਾ। ਉਹਨੇ ਸਾਰੀ ਲਿਸਟ ਦੇਖੀ, ਆਖਿਆ ਵੀ ਆਹ ਸਾਰਾ ਕੁਝ ਇਹ ਤਾਂ ਕੱਲ੍ਹ ਨੂੰ ਤੁਹਾਨੂੰ ਸਵੇਰ ਨੂੰ ਮਿਲ ਜਾਣਾ, ਪਰ ਜਿਹੜਾ ਆ ਹਾਥੀ ਦੰਦ ਦਾ ਕਢਾਈ ਵਾਲਾ ਜਿਹੜਾ ਜੜਾਊ ਵਾਲਾ ਜਿਹੜਾ ਚੂੜਾ, ਇਹ ਤੁਹਾਨੂੰ ਜਲਦੀ ਨਹੀਂ ਮਿਲਣਾ, ਇਹ ਤਿਆਰ ਕਰਨ 'ਤੇ ਸਮਾਂ ਲੱਗ ਜਾਣਾ, ਇਸ ਕਰਕੇ ਤੁਹਾਨੂੰ 1-2 ਦਿਨ ਅਟਕਣਾ ਪਵੇਗਾ। ਉਸ ਵੇਲੇ ਭਾਈ ਭਗੀਰਥ ਨੇ ਆਖਿਆ ਕਿ ਇਹ ਤੁਸੀਂ ਉਲਟੀ ਗੱਲ ਕਰ ਰਹੇ ਹੋ, ਐਵੇਂ ਨਾ ਕਰੋ, ਤੁਸੀਂ ਕੱਲ੍ਹ ਸਵੇਰ ਤੱਕ ਹੀ ਮੈਨੂੰ ਸਭ ਕੁਝ ਦਿਓ, ਕਿਉਂਕਿ ਮੈਂ ਅੱਜ ਦੀ ਰਾਤ ਹੀ ਇੱਥੇ ਰੁਕ ਸਕਦਾ। ਜੇ ਮੈਂ ਅੱਜ ਦੀ ਰਾਤ ਤੋਂ ਵੱਧ ਕੱਲ੍ਹ ਦੀ ਰਾਤ ਵੀ ਇੱਥੇ ਲਾਉਣਾ ਅਤੇ ਮੇਰਾ ਜਿਹੜਾ ਜਨਮ ਵਿਅਰਥ ਚਲਿਆ ਜਾਵੇਗਾ। ਜਦੋਂ ਆਹ ਬਚਨ ਆਖਿਆ ਜਨਮ ਵਿਅਰਥ ਚਲਿਆ ਜਾਵੇਗਾ, ਤਾਂ ਉਸ ਵੇਲੇ ਭਾਈ ਭਗੀਰਥ ਨੂੰ ਮਨਸੁਖ ਸ਼ਾਹ ਪੁੱਛਦਾ ਹੈ ਕਿ ਰਾਜਿਆਂ ਦੇ ਭੇਜੇ ਹੋਏ ਬਹੁਤ ਬੰਦੇ ਮੇਰੇ ਕੋਲ ਸਮਾਨ ਲੈਣ ਵਾਸਤੇ ਆਉਂਦੇ ਹੈ, ਪਰ ਉਹਨਾਂ ਨੇ ਕਦੇ ਆਹ ਗੱਲ ਨਹੀਂ ਆਖੀ। ਇਹ ਤਾਂ ਕਹਿ ਦਿੰਦੇ ਆ ਵੀ ਰਾਜਾ ਗੁੱਸੇ ਹੋ ਜਾਏਗਾ ਜਾਂ ਰਾਜੇ ਦਾ ਹੁਕਮ ਹੈ ਛੇਤੀ ਮੁੜ ਕੇ ਆਉਣਾ ਹੈ, ਪਰ ਆਹ ਗੱਲ ਨਹੀਂ ਅੱਜ ਤੱਕ ਕਿਸੇ ਨੇ ਕਹੀ ਵੀ ਜਨਮ ਵਿਅਰਥ ਚਲਿਆ ਜਾਵੇਗਾ। ਤੈਨੂੰ ਕਿਹਨੇ ਭੇਜਿਆ? ਕਹਿਣ ਲੱਗਾ, ਮੈਂ ਨਾਨਕ ਨਿਰੰਕਾਰੀ ਦਾ ਸਾਥੀ ਹਾਂ, ਉਹਨਾਂ ਦਾ ਸਿੱਖ ਹਾਂ, ਮੇਰਾ ਗੁਰੂ ਪੂਰਾ ਹੈ, ਉਹਨਾਂ ਦਾ ਬਚਨ ਕਦੇ ਆਲਾ ਨਹੀਂ ਜਾਂਦਾ। ਉਹਨਾਂ ਨੇ ਬਚਨ ਕੀਤਾ ਕਿ ਅੱਜ ਦੀ ਰਾਤ ਲਾ ਕੇ ਕੱਲ੍ਹ ਦਿਨ ਦੇ ਨਾਲ ਹੀ ਵਾਪਸ ਮੁੜ ਆਉਣਾ, ਚੜ੍ਹਨ ਦੇ ਨਾਲ ਦਿਨੇ ਦਿਨੇ ਦੂਜੀ ਰਾਤ ਨਹੀਂ ਲਾਉਣੀ। ਜੇ ਮੈਂ ਉਹਨਾਂ ਦੇ ਬਚਨ ਤੋਂ ਉਲਟ ਕਾਰਜ ਕੀਤਾ ਤਾਂ ਮੇਰਾ ਜਨਮ ਵਿਅਰਥ ਚਲਿਆ ਜਾਵੇਗਾ। ਉਸ ਵੇਲੇ ਭਾਈ ਭਗੀਰਥ ਨੂੰ ਇਹ ਮਨਸੁਖ ਸ਼ਾਹ ਕਹਿੰਦਾ ਵੀ ਜਿਹੜੇ ਇਹ ਸਾਧੂ ਸੰਤ ਹੁੰਦੇ ਆ ਨਾ, ਐਵੇਂ ਪਖੰਡੀ ਹੁੰਦੇ ਆ, ਮੈਂ ਬਹੁਤ ਦੇਖੇ ਆ, ਅੱਜ ਤੱਕ ਮੈਨੂੰ ਤਾਂ ਕਦੇ ਕੋਈ ਪੂਰਾ ਗੁਰੂ, ਕੋਈ ਪੂਰਾ ਸੰਤ ਮਹਾਤਮਾ ਮਿਲਿਆ ਨਹੀਂ, ਤੈਨੂੰ ਕਿੱਥੋਂ ਮਿਲ ਗਿਆ? ਤਾਂ ਉਸ ਵੇਲੇ ਉਹਨੇ ਆਖਿਆ ਵੀ ਮੇਰਾ ਗੁਰੂ ਪੂਰਨ ਹੈ, ਮੈਨੂੰ ਉਹਨਾਂ ਦੇ ਬਚਨਾਂ 'ਤੇ ਪੂਰਨ ਭਰੋਸਾ ਹੈ, ਅਤੇ ਤੂੰ ਵੀ ਐਵੇਂ ਨਿੰਦਿਆ ਨਾ ਕਰ, ਇੱਕ ਵਾਰ ਉਹਨਾਂ ਦੇ ਜਾ ਕੇ ਦਰਸ਼ਨ ਕਰ, ਫਿਰ ਤੇਰੇ ਮਨ ਦੀ ਤਸੱਲੀ ਹੋ ਜਾਵੇ। ਇਸ ਕਰਕੇ ਤੈਨੂੰ ਬਹੁਤਾ ਉਡੀਕਣ ਦੀ ਵੀ ਲੋੜ ਨਹੀਂ, ਤੂੰ ਕੱਲ੍ਹ ਸਵੇਰੇ ਹੀ ਮੇਰੇ ਨਾਲ ਚੱਲੀ, ਉਹਨਾਂ ਦੇ ਦਰਸ਼ਨ ਕਰ ਲਈ। ਜੇ ਤਾਂ ਤੈਨੂੰ ਉਹਨਾਂ ਵਿੱਚ ਕੋਈ ਪੂਰੇ ਗੁਰੂ ਵਾਲੀ ਗੱਲ ਲੱਗੀ ਤਾਂ ਮੰਨ ਲਵੀਂ, ਅਤੇ ਨਹੀਂ ਮੈਨੂੰ ਝੂਠਾ ਪਾ ਦੇਵੀਂ। ਉਸ ਵੇਲੇ ਇਹਨੇ ਕਿਹਾ ਠੀਕ ਆ, ਚਲੋ ਕੱਲ੍ਹ ਸਵੇਰ ਨੂੰ ਚੱਲਦੇ ਹਾਂ। ਸਵੇਰ ਨੂੰ ਜਦੋਂ ਜਾਣ ਦੀ ਤਿਆਰੀ ਕੀਤੀ ਅਤੇ ਆਖਿਆ ਬਈ ਚੂੜਾ ਰਹਿ ਗਿਆ,
ਇਹ ਛੇਤੀ ਤਿਆਰ ਨਹੀਂ ਹੋਣਾ। ਉਧਰ ਹੁਣ ਤੂੰ ਕਹਿਣਾ ਵੀ ਗੁਰੂ ਦੇ ਵਚਨ ਦੇ ਉੱਤੇ ਮੈਨੂੰ ਭਰੋਸਾ। ਤੇ ਇਸ ਤਰ੍ਹਾਂ ਕਰਦੇ ਹਾਂ ਵੀ ਮੈਂ ਤੇਰੇ ਨਾਲ ਚੱਲਦਾ, ਨਾਲੇ ਗੁਰੂ ਦੀ ਪਰਖ ਹੋ ਜਾਵੇਗੀ। ਜੇ ਉਹ ਮੇਰਾ ਨਾਂ ਲੈ ਕੇ ਮੈਨੂੰ ਬੁਲਾਉਣ, ਮੇਰੇ ਆਉਣ ਦਾ ਕਾਰਨ ਦੱਸ ਦੇਣ, ਤਾਂ ਮੈਂ ਮੰਨਾਂਗਾ ਵੀ ਇਹ ਕਰਾਮਾਤੀ ਪੂਰੇ ਗੁਰੂ ਹੈ। ਜੇ ਨਾ ਦੱਸ ਸਕੇ ਫਿਰ ਉਹ ਦੂਜਿਆਂ ਵਾਂਗੂ ਪਖੰਡੀ ਹੋਣਾ। ਤੇ ਭਾਈ ਭਗੀਰਥ ਕਹਿੰਦਾ ਵੀ ਤੂੰ ਚੱਲ ਨਾਲ, ਸ਼ਰਧਾ ਦਾ ਧਾਰ। ਮਨ ਦੇ ਵਿੱਚ ਜੇ ਪਹਿਲਾਂ ਹੀ ਸ਼ੰਕੇ ਰੱਖੇ ਗੁਰੂ ਦੇ ਦਰ ਦੇ ਉੱਤੇ ਜਾਣ ਤੋਂ ਪਹਿਲਾਂ ਹੀ, ਤੈਨੂੰ ਪ੍ਰਾਪਤੀ ਕੀ ਹੋਣੀ ਹੈ। ਹੁਣ ਗੁਰੂ ਚਰਨਾਂ ਵਿੱਚ ਆਪਾਂ ਆਉਂਦੇ ਹਾਂ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕਰਨ ਤੋਂ ਪਹਿਲਾਂ ਹੀ ਇਹ ਸੋਚੀ ਜਾਈਏ ਵੀ ਪਤਾ ਨਹੀਂ ਪੂਰੀ ਹੋਣੀ ਹੈ ਜਾਂ ਨਹੀਂ ਹੋਣੀ। ਤੇ ਫਿਰ ਗੁਰਮੁਖ ਪਿਆਰੋ ਪ੍ਰਾਪਤੀ ਕਿਵੇਂ ਹੋਵੇਗੀ। ਸ਼ਰਧਾ ਤਾਂ ਧਾਰਨ ਕਰਨੀ ਪੈਣੀ ਹੈ ਨਾ। ਉਸ ਵੇਲੇ ਇਹ ਭਾਈ ਭਗੀਰਥ ਨੂੰ ਮਨਸੁਖ ਸ਼ਾਹ ਕਹਿੰਦਾ ਵੀ ਮੇਰੇ ਘਰ ਇੱਕ ਚੂੜਾ ਪਿਆ ਹੈ, ਉਹ ਮੈਂ ਵੇਚਣਾ ਤਾਂ ਨਹੀਂ ਹੈ, ਵੇਚਣ ਵਾਸਤੇ ਨਹੀਂ, ਪਰ ਆ ਤੇਰੇ ਸਮਾਨ ਵਿੱਚ ਲਿਖਿਆ ਇਹਦੇ ਵਿੱਚੋਂ ਘਟਦਾ ਵੀ ਆ। ਜੇ ਤੇਰਾ ਗੁਰੂ ਮੇਰੇ ਮਨ ਦੀ ਗੱਲ ਜਾਣ ਲਵੇ, ਮੈਨੂੰ ਨਾਂ ਲੈ ਕੇ ਬੁਲਾ ਲਵੇ ਬਿਨਾਂ ਦੱਸੇ, ਤਾਂ ਫਿਰ ਆ ਚੂੜਾ ਮੈਂ ਉਹਨਾਂ ਨੂੰ ਭੇਟ ਕਰ ਦਿਆਂਗਾ ਭੇਟਾ ਵਜੋਂ। ਨਾਲੇ ਤੇਰਾ ਕਾਰਜ ਸੌਰ ਜਾਏਗਾ ਤੇ ਨਾਲੇ ਮੇਰੀ ਸ਼ਰਧਾ ਪੂਰੀ ਹੋ ਜਾਏਗੀ। ਭਾਈ ਭਗੀਰਥ ਕਹਿੰਦਾ ਠੀਕ ਹੈ। ਸਾਰੇ ਇਕੱਠੇ ਹੋ ਕੇ ਸੁਲਤਾਨਪੁਰ ਆ ਗਏ। ਸੁਲਤਾਨਪੁਰ ਜਦੋਂ ਆਏ, ਸਤਿਗੁਰੂ ਨਾਨਕ ਦੇਵ ਮਹਾਰਾਜ ਦੇ ਦਰਸ਼ਨ ਕੀਤੇ ਤਾਂ ਸਤਿਗੁਰੂ ਨੇ ਆਉਂਦੇ ਹੀ ਆਖਿਆ, ਕਹਿੰਦੇ ਭਾਈ ਆ ਨਾਲ ਜਿਹੜਾ ਭਾਈ ਮਨਸੁਖ ਸ਼ਾਹ ਆਇਆ, ਇਹ ਨਾਂ ਦਾ ਹੀ ਮਨਸੁਖ ਹੈ, ਇਹਨੂੰ ਮਨ ਦਾ ਸੁੱਖ ਹਾਲੇ ਤੱਕ ਮਿਲਿਆ ਨਹੀਂ, ਇਹ ਮਨ ਦਾ ਸੁੱਖ ਲੈਣ ਵਾਸਤੇ ਹੀ ਆਇਆ। ਜਦੋਂ ਸਤਿਗੁਰੂ ਨੇ ਇਹਦਾ ਨਾਂ ਲੈ ਕੇ ਬੁਲਾਇਆ, ਬੜਾ ਹੈਰਾਨ ਹੋ ਗਿਆ, ਭੱਜ ਕੇ ਚਰਨੀ ਪੈ ਗਿਆ। ਤਾਂ ਅੰਤਰਜਾਮੀ ਹਨ, ਇਉਂ ਸਤਿਗੁਰੂ ਦੇ ਚਰਨਾਂ ਦਾ ਭੌਰਾ ਬਣ ਗਿਆ, ਸ਼ਰਧਾਲੂ ਬਣ ਗਿਆ। ਸੋ ਮਹੀਨਾ 2 ਮਹੀਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਰਿਹਾ। ਫਿਰ ਆਗਿਆ ਲੈ ਕੇ ਗਿਆ। ਕਦੇ ਆ ਜਾਂਦਾ, ਮਹੀਨਾ ਖੰਡ ਸਤਿਗੁਰੂ ਦੇ ਸੇਵਾ ਵਿੱਚ ਲਾ ਜਾਂਦਾ ਹੈ, ਕਦੇ ਜਾ ਕੇ ਆਪਣਾ ਵਪਾਰ ਕਰਦਾ ਹੈ। ਇਸ ਤਰ੍ਹਾਂ ਭਾਈ ਮਨਸੁਖ ਸ਼ਾਹ ਔਰ ਭਾਈ ਭਗੀਰਥ ਸਤਿਗੁਰੂ ਜੀ ਦੇ ਸਿੱਖ ਬਣੇ। ਭਾਈ ਮਰਦਾਨਾ ਜੀ ਸਾਰਾ ਸਾਜੋ ਸਮਾਨ ਲੈ ਕੇ ਆਪਣੇ ਨਗਰ ਤਲਵੰਡੀ ਵਿਖੇ ਚਲਿਆ ਗਿਆ, ਧੀ ਦਾ ਵਿਆਹ ਕੀਤਾ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਮਹਿਮਾ ਹਰ ਇੱਕ ਦੇ ਕੋਲ ਕਰਦਾ ਕਿ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਵਰਗਾ ਕੋਈ ਉਦਾਰ ਦਾਤਾ, ਸਖੀ ਦਾਤਾ ਨਹੀਂ ਹੈ। ਸੋ ਇਹ ਪ੍ਰਸੰਗ ਆਪਾਂ ਬੀਤੇ ਕੱਲ ਸੁਣਿਆ। ਜਿਵੇਂ ਅੱਗੇ ਅਗਲਾ ਅਧਿਆਇ ਆ ਰਿਹਾ ਹੈ, ਸਤਿਗੁਰੂ ਸੱਚੇ ਪਾਤਸ਼ਾਹ ਜੀ ਵੇਈ ਨਦੀ ਪ੍ਰਵੇਸ਼ ਕਰਕੇ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਪਹੁੰਚਣਗੇ। ਨਗਰ ਦੇ ਲੋਕ ਉਹਨਾਂ ਬਾਰੇ ਕੀ ਕਿਆਸ ਰਾਈਆਂ ਕਰਨਗੇ, ਕੀ ਅੰਦਾਜ਼ੇ ਲਾਉਣਗੇ, ਅੱਜ ਦੇ ਪ੍ਰਸੰਗ ਵਿੱਚ ਬੜੇ ਪਿਆਰ ਨਾਲ ਸੁਣੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਮਰਦਨ ਮਨ ਕੀ ਮਰਨ ਕੋ। ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਐਸੇ ਸਤਿਗੁਰੂ ਹਨ ਜਿਹੜੇ ਆਪਣੇ ਜਗਿਆਸੂਆਂ ਦੇ, ਸਿੱਖਾਂ ਦੇ ਮਨ ਦੀ ਮੈਲ ਨੂੰ ਦੂਰ ਕਰ ਦਿੰਦੇ ਹਨ, ਮਲ ਕੇ ਲਾ ਦਿੰਦੇ ਹਨ। ਨਿਤ ਦਾਸਨ ਅਨੁਕੂਲ। ਔਰ ਨਿੱਤਾ ਪ੍ਰਤੀ ਆਪਣੇ ਦਾਸਾਂ ਦੇ ਅਨੁਕੂਲ, ਕਿਰਪਾਲੂ, ਦਿਆਲੂ ਰਹਿਣ ਵਾਲੇ ਹਨ। ਹਰਿ ਮੰਗਲ ਸੁਖ ਕਰਨ। ਅਮੰਗਲਾਂ ਨੂੰ, ਦੁੱਖਾਂ ਨੂੰ, ਕਲੇਸ਼ਾਂ ਨੂੰ ਹਰਨ ਵਾਲੇ, ਦੂਰ ਕਰਨ ਵਾਲੇ, ਅਤੇ ਸੁੱਖਾਂ ਨੂੰ ਸਤਿਗੁਰ ਸੱਚੇ ਪਾਤਸ਼ਾਹ ਜੀ ਪੈਦਾ ਕਰਨ ਵਾਲੇ ਹਨ। ਜੈ ਜੈ ਮੰਗਲ ਮੂਲ। ਸੋ ਉਹਨਾਂ ਦੀ ਜੈ ਜੈਕਾਰ ਹੋਵੇ, ਉਹਨਾਂ ਦੀ ਫਤਿਹ ਹੋਵੇ। ਐਸੇ ਸਤਿਗੁਰੂ ਜੀ, ਉਹਨਾਂ ਦੇ ਚਰਨਾਂ ਦੀ ਮੈਂ ਧੂੜ ਮੰਗਦਾ ਹਾਂ, ਜਿਹੜੇ ਸਤਿਗੁਰ ਸੱਚੇ ਪਾਤਸ਼ਾਹ ਜੀ ਖੁਸ਼ੀਆਂ ਦਾ ਮੁੱਢ ਹਨ। ਸ੍ਰੀ ਬਾਲਾ ਸੰਦੂਰ ਵਾਚ। ਭਾਈ ਬਾਲਾ ਜੀ ਅਗਲੀ ਇਤਿਹਾਸ ਦੀ ਕਥਾ ਸੁਣਾ ਰਹੇ ਹਨ। ਸੋਈਆ ਮੋਦੀ ਕੀ ਤੁਰਤ ਸਾਲ ਚਲੇ ਬੋ। ਮੋਦੀ ਖਾਨੇ ਦਾ ਜਿਹੜਾ ਕੰਮਕਾਰ ਹੈ ਉਹ ਬਹੁਤ ਹੀ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਵਧੀਆ ਚੱਲ ਰਿਹਾ ਹੈ। ਸੋ ਬਹੁਤ ਲੰਮੇ ਸਮੇਂ ਤੋਂ ਸਤਿਗੁਰੂ ਜੀ ਇਹ ਕੰਮ ਕਰ ਰਹੇ ਹਨ। ਤੇ ਇਸੇ ਤਰੀਕੇ ਜਿਵੇਂ ਪਿੱਛੇ ਕਰਦੇ ਆ ਰਹੇ ਆ, ਹੁਣ ਵੀ ਕਰ ਰਹੇ ਆ। ਲੰਮੇ ਸਮੇਂ ਤੱਕ ਸਤਿਗੁਰੂ ਜੀ ਨੇ ਇਹ ਕਿਰਤ ਕੀਤੀ ਤੇ ਗਰੀਬਾਂ ਨੂੰ ਖੁੱਲ੍ਹਾ ਦਾਨ ਦਿੱਤਾ। ਭਾਈ ਬਾਲਾ ਜੀ ਹਮੇਸ਼ਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਨਾਲ ਰਹਿੰਦੇ ਹਨ। ਭਾਈ ਸੰਤੋਖ ਸਿੰਘ ਜੀ ਕਹਿੰਦੇ, ਜਿਨ੍ਹਾਂ ਨੇ ਇਹ ਇਤਿਹਾਸ ਆਪਣੇ ਮੁਖੋਂ ਉਚਾਰਿਆ, ਸਾਰੀ ਕਥਾ ਸੁਣਾਈ ਹੈ, ਤੇ ਮੈਂ ਉਹਨਾਂ ਨੂੰ ਸੁਣ ਕੇ ਆ ਛੰਦਾਬੰਦੀ ਵਿੱਚ ਕਥਾ ਬਣਾਈ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਹਟ ਸਾਹਿਬ ਦੇ ਉੱਤੇ, ਮੋਦੀ ਖਾਨੇ ਉੱਤੇ ਬੈਠ ਕੇ ਆਪਣੇ ਹੱਥਾਂ ਦੇ ਵਿੱਚ
ਤਕੜੀ ਫੜ ਕੇ। ਵਤ ਦੌਲਤ ਦੇ ਦਰਿਓ ਹੋਤ ਸਵਾਈ। ਵਸਤੂਆਂ ਤੋਲ ਤੋਲ ਕੇ ਦੇਈ ਜਾ ਰਹੇ ਆ ਤੇ ਕਿਸੇ ਨੂੰ ਘੱਟ ਨਹੀਂ ਤੋਲਦੇ, ਸਗੋਂ ਸਵਾਇਆ ਹੀ ਦਿੰਦੇ, ਵੱਧ ਦਿੰਦੇ ਹਨ। ਕੋਮਲ ਬੋਲਤ ਬੋਲ ਅਮੋਲਕ। ਬੜੇ ਹੀ ਮੁੱਲ ਤੋਂ ਰਹਿਤ ਅਮੋਲਕ ਜਿਹੜੇ ਸਤਿਗੁਰੂ ਜੀ ਬਚਨ ਬੜੇ ਕੋਮਲ ਬੋਲਦੇ ਹਨ। ਲੋਕ ਰੀਤ ਹਸ ਪੈਰ ਖਾਈ। ਸੋ ਲੌਕਿਕ ਰੀਤ, ਲੋਕਾਂ ਵਾਲੀ ਰੀਤੀ ਆਮ ਲੋਕਾਂ ਦੇ ਵਾਂਗੂ ਵਿਚਰਦੇ ਐ, ਔਰ ਲੋਕ ਜਿਹੜੇ ਸੌਦਾ ਪਤਾ ਲੈਣ ਵਾਲੇ ਜਦੋਂ ਸਵਾਇਆ ਉਹਨਾਂ ਨੂੰ ਮਿਲਦਾ ਬਹੁਤ ਖੁਸ਼ ਹੁੰਦੇ ਹਨ। ਰਾਜੇ ਬੈਸ ਦੁਕਾਨ। ਸਤਿਗੁਰੂ ਜੀ ਆਪਣੀ ਦੁਕਾਨ ਹਾਟ ਸਾਹਿਬ ਦੇ ਉੱਤੇ ਬੈਠੇ ਵਿਰਾਜਦੇ, ਸ਼ੋਭਦੇ ਹਨ। ਗਿਆਨ ਬਾਸ ਜਿਵ ਭਗਤ ਮੈਂ। ਜਿਵੇਂ ਗਿਆਨ ਦਾ ਵਾਸਾ ਭਗਤੀ ਦੇ ਵਿੱਚ ਹੁੰਦਾ, ਇਸੇ ਤਰ੍ਹਾਂ ਗਿਆਨ ਰੂਪੀ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਭਗਤੀ ਰੂਪੀ ਮੋਦੀਖਾਨੇ ਵਿੱਚ ਸ਼ੋਭਦੇ ਹਨ। ਕੀਰਤ ਜਾਨ ਸਮਾਨ। ਜਿਨ੍ਹਾਂ ਦੀ ਕੀਰਤੀ ਚੰਦਰਮਾ ਦੀ ਚਾਂਦਨੀ ਵਾਂਗ ਪਸਰੀ ਹੋਈ ਹੈ। ਪਰਮ ਪਾਵਨੀ ਜਗਤ ਮੈਂ। ਔਰ ਸਤਿਗੁਰੂ ਜੀ ਜਗਤ ਦੇ ਵਿੱਚ, ਸੰਸਾਰ ਦੇ ਵਿੱਚ ਉਹਨਾਂ ਦੀ ਜਿਹੜੀ ਮਹਿਮਾ ਹੈ ਪਰਮ ਵੱਡੀ ਹੈ, ਪਾਵਨੀ ਪਵਿੱਤਰ ਹੈ। ਸੋਈਆ ਭੇਦ ਕੋ ਜਾਣੈ ਮਾਨਵ ਜੇ ਕਰ। ਜਿਹੜੇ ਮਨੁੱਖ ਹੈ ਉਹ ਸਾਧ ਸੰਗਤ ਜੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਕਿਵੇਂ ਭੇਦ ਜਾਣ ਸਕਦੇ ਹਨ। ਸੰਗਤ ਕੋਮਲ ਬੋਲ ਸੁਨੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਜਿਹੜੇ ਕੋਈ ਥੋੜਾ ਬਹੁਤਾ ਭੇਦ ਜਾਣਦੇ ਆ, ਉਹ ਸੰਗਤ ਰੂਪ ਵਿੱਚ ਆ ਕੇ ਸਤਿਗੁਰੂ ਜੀ ਦੇ ਕੋਮਲ ਬਚਨ ਸੁਣਦੇ ਹਨ। ਲੋਚਨ ਗੋਚਰ ਸੋਚਤ ਮੋਚਨ। ਸਤਿਗੁਰੂ ਸੱਚੇ ਪਾਤਸ਼ਾਹ ਜੀ ਜਿਹੜੇ ਲੋਚਨ ਗੋਚਰ ਨੇਤਰਾਂ ਦੇ ਨਾਲ ਦੇਖਣ ਦੇ ਯੋਗ ਹਨ, ਔਰ ਸੋਚ ਵਿਮੋਚਨ ਹਰ ਪ੍ਰਕਾਰ ਦੀਆਂ ਸੋਚਾਂ ਚਿੰਤਾਵਾਂ ਨੂੰ ਖਤਮ ਕਰਨ ਵਾਲੇ ਹਨ। ਰੂਪਤ ਲੋਕਤ ਧਨ ਮਨੈ। ਐਸੇ ਸਤਿਗੁਰੂ ਜੀ ਦਾ ਸੁੰਦਰ ਸਰੂਪ ਦੇਖ ਕੇ ਜਿਹੜੇ ਸ਼ਰਧਾਲੂ ਹੈ ਮਨ ਦੇ ਵਿੱਚ ਆਪਣੇ ਆਪ ਨੂੰ ਧਨਤਾ ਦੇ ਯੋਗ ਮੰਨਦੇ ਹਨ। ਸ੍ਰੀ ਮੁਖ ਸੋਲਖ ਕੈ ਅਧਿਕਾਰ ਭਲੇ। ਇੱਧਰ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਆਪਣੇ ਸ਼ੋਭਾ ਵਾਲੇ ਮੁਖਾਰਬਿੰਦ ਤੋਂ ਉਹਨਾਂ ਜਿਹੜੇ ਅਧਿਕਾਰੀਆਂ ਨੂੰ ਦੇਖ ਕੇ ਭਗਤੀ ਪੁਨ ਗਿਆਨ ਭਨੈ। ਸਤਿਗੁਰੂ ਜੀ ਭਗਤੀ ਦ੍ਰਿੜ ਕਰਵਾ ਦਿੰਦੇ ਆ, ਪੁੰਨ ਕਰਮਾਂ ਵਿੱਚ ਲਾ ਦਿੰਦੇ ਆ, ਪੁੰਨ ਫੇਰ ਗਿਆਨ ਭਣਿਆ ਹੈ ਉਹਨਾਂ ਨੂੰ ਬ੍ਰਹਮ ਗਿਆਨ ਦੀ ਦਾਤ ਬਖਸ਼ਦੇ ਹਨ। ਕਿਉ ਨਾ ਕਹੋ ਤਨ ਗਿਆਨ ਹੋਵੇ। ਕਹਿੰਦੇ ਉਹਨਾਂ ਨੂੰ ਕਿਵੇਂ ਕਹਿ ਦਈਏ ਵੀ ਗਿਆਨ ਨਹੀਂ ਹੋਵੇਗਾ। ਜਗਤੇਸ਼ਵਰ ਕੋ ਗੁਰੂ ਜਾਣ ਬਨੈ। ਜਿਨ੍ਹਾਂ ਦਾ ਗੁਰੂ ਜਗਤ ਦਾ ਮਾਲਕ ਸਤਿਗੁਰੂ ਨਾਨਕ ਦੇਵ ਜੀ ਆਪ ਬਣ ਗਿਆ। ਸੁਲਤਾਨਪੁਰੇ ਮੈਂ ਕੇਤਕ ਮਾਨਵ। ਸੁਲਤਾਨਪੁਰ ਨਗਰ ਦੇ ਵਿੱਚ ਕਿੰਨੇ ਹੀ ਮਨੁੱਖ ਗਿਆਨ ਸੁਪਾਨ ਭਏ ਸੁਖ ਪਾਈ। ਗਿਆਨ ਦੇ ਸਹਿਤ ਸੰਪੰਨ ਹੋ ਗਏ, ਸੰਪੂਰਨ ਹੋ ਗਏ, ਸੁਖ ਪ੍ਰਾਪਤ ਕੀਤਾ। ਰਤਨੇਂਦਰੀ ਸਮਤਾ ਸਰਜੀ। ਜਿਨ੍ਹਾਂ ਨੇ ਉਸਤਤ ਅਤੇ ਨਿੰਦਿਆ ਨੂੰ ਤਜ ਦਿੱਤਾ, ਛੱਡ ਦਿੱਤਾ, ਔਰ ਸਮਤਾ ਸਰਜੀ, ਸਮਦ੍ਰਿਸ਼ਟੀ ਨੂੰ ਜਿਨ੍ਹਾਂ ਨੇ ਧਾਰਨ ਕਰ ਲਿਆ। ਸਰਜੀ ਅਰਮੇ ਕੀ ਫੌਜ ਭਜਾਈ। ਸਤਿਗੁਰੂ ਜੀ ਤੋਂ ਗਿਆਨ ਲੈ ਕੇ ਉਹਨਾਂ ਦੀ ਜਿਹੜੀ ਅਗਿਆਨਤਾ ਦੀ ਫੌਜ ਹੈ, ਅਵਿਵੇਕ ਦੀ ਫੌਜ ਹੈ, ਉਹ ਲਰਜ਼ ਗਈ, ਕੰਬਣ ਲੱਗ ਪਈ, ਡਰ ਕੇ ਦੂਰ ਭੱਜ ਗਈ। ਕਲਕਾਲ ਕਰਾਲ ਵਿਸਾਲ ਵਿਖੇ। ਕਲਯੁਗ ਦੇ ਇਸ ਭਿਆਨਕ ਸਮੇਂ ਦੇ ਵਿੱਚ ਕਿਰਪਾਲ ਗੁਰੂ ਜਨ ਨੀਨ ਬਚਾਈ। ਸਤਿਗੁਰੂ ਜਿਹੜੇ ਬੜੇ ਕਿਰਪਾਲੂ, ਕਿਰਪਾ ਦਾ ਘਰ ਹੈ, ਉਹ ਆਪਣੇ ਸੇਵਕਾਂ ਦਾਸਾਂ ਨੂੰ ਬਚਾ ਕੇ ਰੱਖਦੇ ਹਨ। ਭਵ ਬਿੰਬ ਬੜੇ ਪ੍ਰਚੰਡ ਭਏ। ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਨੇ ਦੇਖਿਆ ਕਿ ਕਲਯੁਗ ਦੇ ਸਮੇਂ ਵਿੱਚ ਜਿਹੜੇ ਵੱਡੇ ਵੱਡੇ ਦੰਭੀ ਪਖੰਡੀ ਹੈ, ਡੇਰੇ ਚਲਾਉਣ ਵਾਲੇ, ਉਹ ਬੜੇ ਤਿੱਖੇ ਤੇਜ਼ ਤਰਾਰ ਹੋ ਕੇ ਉਹਨਾਂ ਨੇ ਆਪਣਾ ਪਸਾਰਿਆ ਹੋਇਆ ਹੈ। ਉਹਨਾਂ ਦਾ ਖੰਡਨ ਕਰਨ ਵਾਸਤੇ, ਉਹਨਾਂ ਨੂੰ ਨਾਸ਼ ਕਰਨ ਵਾਸਤੇ, ਦੰਭੀਆਂ ਪਖੰਡੀਆਂ ਨੂੰ ਭਜਾਉਣ ਵਾਸਤੇ ਸਤਿਗੁਰੂ ਦੇ ਮਨ ਵਿੱਚ ਇੱਛਾ ਹੋ ਆਈ। ਸੰਸਾਰ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜਿਹੜਾ ਸੰਸਾਰ ਸਮੁੰਦਰ ਹੈ, ਇਹਦੇ ਵਿੱਚ ਗਿਆਨ ਦਾ ਬੂਟਾ ਲਾਉਣ ਵਾਸਤੇ ਇਹ ਸ੍ਰੇਸ਼ਟ ਜਿਹੜੀ ਗੱਲ ਹੈ, ਭਲੀ ਗੱਲ ਹੈ, ਉਹ ਆਪਣੇ ਹਿਰਦੇ ਦੇ ਵਿੱਚ, ਦਿਲ ਵਿੱਚ ਵਿਚਾਰੀ। ਸੋ ਜਿਹੜਾ ਮਨ ਨੂੰ ਨੀਵਾਂ ਕਰਨਾ ਹੈ, ਇਹ ਸੋਹਣੀ ਜ਼ਮੀਨ ਧਰਤੀ ਹੈ,
ਤੇ ਜਿਹੜਾ ਬੀਜਣਾ ਉਹ ਪ੍ਰੇਮ ਦਾ ਬੀਜ ਹੈ। ਸੋ ਨਿਯਮ ਵਦਨ ਭਗਤੀ ਤੁਕ ਮਲ ਜਾਰੀ। ਨਿੱਤਾ ਪ੍ਰਤੀ ਜਿਹੜਾ ਨਿਯਮਾਂ ਦੇ ਵਿੱਚ ਰਹਿ ਕੇ ਆਪਣਾ ਜੀਵਨ ਬਤੀਤ ਕਰਨਾ ਹੈ, ਧਰਮ ਕਰਮ ਦੇ ਨਿਯਮਾਂ ਦੇ ਵਿੱਚ, ਇਹ ਬੂਟੇ ਦਾ ਵਧਣਾ ਫੁੱਲਣਾ ਹੈ। ਤੇ ਭਗਤੀ ਤੁਕ, ਭਗਤੀ ਰੂਪੀ ਜਿਹੜੀ ਛਾਲ ਆ, ਇਹਦੀ ਜਿਹੜੀ ਉੱਪਰਲਾ ਛਿਲਕਾ ਬੂਟੇ ਦਾ, ਔਰ ਮਲ ਦਾ ਯਾਰੀ ਜਿਹੜਾ ਮੂਲ ਹੈ, ਇਹਦਾ ਮੁੱਢ ਜੜ ਜਿਹੜੀ ਉਹ ਦਇਆ ਹੈ। ਸਮਤਾ ਅਦਕਾਲ ਕਲਾਲ ਸਤੰ। ਸੋ ਜਿਹੜੀ ਸਮਦ੍ਰਿਸ਼ਟੀ ਧਾਰਨ ਕਰਨੀ ਹੈ, ਇਹ ਇਉਂ ਜਾਣ ਲਓ ਜਿਵੇਂ ਬੂਟੇ ਦੇ ਆਲੇ ਦੁਆਲੇ ਡੂੰਘਾ ਥਾਂ ਕੀਤਾ ਹੁੰਦਾ ਨਾ, ਪਾਣੀ ਕਢਾਉਣ ਵਾਸਤੇ ਆਡਾਂ ਕੱਢੀਆਂ ਹੁੰਦੀਆਂ, ਉਹ ਕਹਿੰਦੇ ਸਮਦ੍ਰਿਸ਼ਟੀ ਹੈ। ਤੇ ਕਲਾਲ ਸਤੰ, ਸੱਤ ਦਾ ਜਿਹੜਾ ਧਾਰਨੀ ਹੋਣਾ, ਸੱਤ ਦੇ ਨਾਲ ਜੁੜ ਕੇ ਰਹਿਣਾ, ਇਹ ਪਾਣੀ ਹੈ। ਸੁਧ ਸੀਚਨ ਕੈ ਤਤ ਜਾ ਰਖਵਾਰੀ। ਸੁੱਚਮ ਜਿਹੜੀ ਰੱਖਣੀ ਹੈ, ਇਹ ਇਸ ਬੂਟੇ ਨੂੰ ਸਿੰਚਣਾ ਹੈ, ਜਲ ਦੇਣਾ ਹੈ। ਤੇ ਧੀਰਜ ਧਾਰ ਕੇ ਰੱਖਣਾ, ਜਿਹੜਾ ਇਹਦੀ ਰਖਵਾਲੀ ਕਰਨਾ ਹੈ। ਧਰਮ ਅੰਬਰ ਸੰਕਲ ਕਰਮ ਦਰਮ। ਸੋ ਜਿਹੜਾ ਧਰਮ ਨੂੰ ਧਾਰਨ ਕਰਨਾ, ਇਹ ਅੰਕੁਰ ਫੁੱਟਣਾ ਹੈ। ਜਿਵੇਂ ਧਰਤੀ ਵਿੱਚ ਬੀਜ ਬੀਜਿਆ ਹੋਵੇ, ਅੰਗੂਰ ਫੁੱਟਦਾ ਹੈ। ਧਰਮ ਨੂੰ ਧਾਰਨ ਕਰਨਾ, ਇਹ ਕਹਿੰਦੇ ਅੰਕੁਰ ਫੁੱਟਦਾ ਹੈ। ਔਰ ਸੰਕਲ ਕਰਮ ਦਲੰ, ਜਿਹੜਾ ਕਰਮਾਂ ਨੂੰ ਕੱਟ ਦੇਣਾ, ਕਰਮਾਂ ਤੋਂ ਜਿਹੜੇ ਮਾੜੇ ਕਰਮ ਹੈ ਉਹਨਾਂ ਤੋਂ ਤੌਬਾ ਕਰਨੀ, ਸ਼ੁਭ ਕਰਮਾਂ ਦਾ ਇਕੱਠੇ ਕਰਨਾ, ਇਹ ਪੱਤੇ ਹਨ। ਤੇ ਜਿਹੜੀ ਸਮੱਤ ਧਾਰਨ ਕਰਨੀ ਹੈ, ਸ੍ਰੇਸ਼ਟ ਬੁੱਧੀ ਨੂੰ ਧਾਰਨ ਕਰਨਾ, ਸੁੱਖਾਂ ਵਾਲੀ ਬੁੱਧੀ ਨੂੰ, ਇਹ ਕਹਿੰਦੇ ਸ਼ਾਖਾਂ ਵਧਣੀਆਂ, ਟਾਹਣੀਆਂ ਵਧਣੀਆਂ ਹੈ। ਵਾਹਿਗੁਰੂ ਦੇ ਵੱਖਰੇ ਵੱਖਰੇ ਨਾਮ ਜਿਹੜੇ ਜਪਣੇ ਆ, ਇਹ ਕਹਿੰਦੇ ਪਾਰਾਵਾਰ ਤੋਂ ਰਹਿਤ ਬੇਅੰਤੀ ਫੁੱਲ ਲੱਗੇ ਹਨ ਇਸ ਬੂਟੇ ਨੂੰ। ਔਰ ਇਸ ਬੂਟੇ ਦੇ ਉੱਤੇ ਜਿਹੜਾ ਫਲ ਕੀ ਲੱਗਦਾ, ਆਪਣੇ ਨਿੱਜੀ ਸਰੂਪ ਨੂੰ ਪਛਾਣਨਾ ਕਿ ਮੈਂ ਪਰਮਾਤਮਾ ਦਾ ਰੂਪ ਹਾਂ, ਇਹ ਵੱਡਾ ਫਲ ਲੱਗਦਾ ਹੈ। ਔਰ ਜਿਹੜਾ ਪ੍ਰੇਮ ਦਾ ਰਸ ਹੈ, ਇਹ ਕਹਿੰਦੇ ਪੂਰਨ ਸੁੱਖਾਂ ਦੀ ਪ੍ਰਾਪਤੀ ਹੈ। ਆਤਪ ਅੰਮ੍ਰਿਤ, ਜਿਹੜਾ ਧੁੱਪ ਹੈ, ਧੁੱਪ ਰੂਪੀ ਜਿਹੜੀ ਮੌਤ ਹੈ, ਉਹ ਕਹਿੰਦੇ ਧੁੱਪ ਰੂਪੀ ਮੌਤ ਨੇੜੇ ਨਹੀਂ ਆਉਂਦੀ ਫਿਰ ਇਸ ਬੂਟੇ ਦੇ, ਕਿਉਂਕਿ ਅੰਮ੍ਰਿਤ ਦੀ ਛਾਂ ਹੁੰਦੀ ਹੈ ਇਹਦੇ ਉੱਤੇ, ਜਿਹੜੀ ਟਾਲਿਆਂ ਟਲਦੀ ਨਹੀਂ, ਖਤਮ ਨਹੀਂ ਹੁੰਦੀ ਕਦੇ। ਔਰ ਮੋਹ ਰੂਪੀ ਪਸ਼ੂ ਜਿਹੜੇ ਇਸ ਬੂਟੇ ਨੂੰ ਚਰਦੇ ਨਹੀਂ ਹਨ, ਕਿਉਂਕਿ ਸਤ ਸੰਗ ਦੀ ਚਾਰੇ ਪਾਸੇ ਵਾੜ ਹੁੰਦੀ ਹੈ। ਔਰ ਜਿਹੜੇ ਸੰਤਾਂ ਰੂਪੀ ਪੰਛੀ ਆ, ਉਹ ਆ ਕੇ ਇਸ ਬੂਟੇ ਦੇ ਜਿਹੜੇ ਨਿਜ ਸਰੂਪ ਨੂੰ ਪਛਾਣਨ ਰੂਪੀ ਫਲ ਖਾਂਦੇ ਹਨ। ਤੇ ਪਰਉਪਕਾਰ ਕਰਕੇ ਹੋਰਨਾਂ ਨੂੰ ਵੀ ਆਪਣੀ ਸਤਸੰਗ ਦੇ ਵਿੱਚ, ਉਪਦੇਸ਼ ਦੇ ਵਿੱਚ ਇਹ ਨਿਜ ਸਰੂਪ ਨੂੰ ਪਛਾਣਨ ਰੂਪੀ ਫਲ ਬਖਸ਼ਦੇ ਹਨ। ਕਿਉਂ ਇਹ ਜਿਹੜਾ ਨਿਜ ਸਰੂਪ ਨੂੰ ਪਛਾਣਨ ਰੂਪੀ ਜਿਹੜਾ ਫਲ ਹੈ, ਇਹਦਾ ਬੜਾ ਸੋਹਣਾ ਦ੍ਰਿਸ਼ਟਾਂਤ ਜਿਹਾ ਬੰਨ੍ਹ ਕੇ ਗਿਆਨ ਰੂਪੀ ਬੂਟਾ ਲਾਉਣ ਦਾ ਅੱਗੇ ਜਿਹੜੀ ਕਥਾ ਸਤਿਗੁਰੂ ਨਾਨਕ ਦੇਵ ਜੀ ਦੀ ਭਾਈ ਸੰਤੋਖ ਸਿੰਘ ਜੀ ਦੱਸਦੇ ਹਨ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਘਰ ਦੇ ਵਿੱਚ ਜਿਹੜੇ ਪੁੱਤਰ ਬਾਬਾ ਸ਼੍ਰੀ ਚੰਦ ਜੀ ਪੈਦਾ ਹੋਏ ਹੈ, ਕਹਿੰਦੇ ਜਦੋਂ 3 ਸਾਲਾਂ ਦੇ ਹੋਏ ਤੇ 3 ਸਾਲਾਂ ਤੋਂ ਹੋਰ ਅਧਿਕ ਹੋਰ ਵਧੇਰੇ 6 ਮਹੀਨੇ ਉੱਤੇ, ਭਾਵ 3.5 ਸਾਲਾਂ ਦੀ ਉਮਰ ਜਦੋਂ ਬਾਬਾ ਸ਼੍ਰੀ ਚੰਦ ਦੀ ਹੋਈ, ਉਸ ਵੇਲੇ ਮਾਤਾ ਸੁਲੱਖਣੀ ਜੀ ਦੇ ਜਠਰ ਦੇ ਵਿੱਚ, ਪੇਟ ਵਿੱਚ ਬਾਬਾ ਲਖਮੀ ਦਾਸ ਜੀ ਦਾ ਪ੍ਰਵੇਸ਼ ਹੋਇਆ। ਬਾਬਾ ਲਖਮੀ ਦਾਸ ਜੀ ਦੀ ਪੈਦਾਇਸ਼ ਹੋਣ ਵਾਲੀ ਹੈ। ਸਿੱਖੀ ਨੂੰ ਸੰਸਾਰ ਦੇ ਵਿੱਚ ਪ੍ਰਗਟ ਕਰਨ ਵਾਸਤੇ ਸਤਿਗੁਰੂ ਜੀ ਨੇ ਸੋਚਿਆ ਕਿ ਹੁਣ ਜਿਹੜਾ ਮੋਦੀ ਖਾਨੇ ਦਾ ਕੰਮਕਾਰ ਹੈ, ਇਸ ਕਿਰਤ ਦਾ ਕੰਮ ਦਾ ਤਿਆਗ ਕਰ ਦੇਣਾ ਚਾਹੀਦਾ ਹੈ। ਜਿਵੇਂ ਸਤਿਗੁਰੂ ਨੇ ਮੋਦੀ ਖਾਨੇ ਦੀ ਕਿਰਤ ਤਿਆਗੀ, ਕਵੀ ਜੀ ਕਹਿੰਦੇ ਅੱਗੇ ਉਹ ਪ੍ਰਸੰਗ, ਉਹ ਕਥਾ ਸੁਣੋ। ਜਿਨ੍ਹਾਂ ਦੇ ਮਨ ਦੇ ਵਿੱਚ ਗੁਰੂ ਦਾ ਪ੍ਰੇਮ ਹੈ, ਉਹ ਸਾਰੇ ਸਰੋਤੇ ਜਨ, ਸਾਰੀਆਂ ਸੰਗਤਾਂ ਅੱਗੇ ਸਤਿਗੁਰੂ ਜੀ ਦੀ ਕਥਾ ਸੁਣੋ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਮੋਦੀ ਖਾਨੇ ਦੀ ਕਿਰਤ
ਮੋਦੀ ਖਾਨੇ ਦਾ ਕੰਮਕਾਰ ਕਿਵੇਂ ਤਿਆਗਿਆ। ਇਸ ਕਥਾ ਨੂੰ ਕਵੀ ਜੀ ਕਹਿ ਰਹੇ ਹੈ ਕਿ ਹੇ ਪ੍ਰੇਮੀ ਜਨੋ, ਪ੍ਰੇਮ ਵਾਲੀ ਇਹ ਸੰਗਤੇ ਬੜਾ ਪ੍ਰੇਮ ਸ਼ਰਧਾ ਧਾਰਨ ਕਰਕੇ ਹਿਰਦੇ ਵਿੱਚ ਸੁਣੋ ਜੇ ਗੁਰੂ ਘਰ ਆਏ ਹੋ। ਇਹ ਨਹੀਂ ਕਿ ਗੁਰੂ ਘਰ ਆਏ ਤੇ ਆਪਣੀਆਂ ਗੱਲਾਂ ਮਾਰੀ ਗਏ ਬੈਠੇ, ਜਾਂ ਇੱਧਰ ਉੱਧਰ ਘੁੰਮ ਕੇ ਲੰਗਰ ਦੀਆਂ ਦਾਲਾਂ ਚੈੱਕ ਕਰਕੇ, ਜਾਂ ਪਾਰਕ ਦੇ ਵਿੱਚ ਸੈਲਫੀਆਂ ਲੈ ਲੈ ਕੇ ਹੀ ਆਪਾਂ ਮੁੜ ਗਏ। ਟਿਕਟੋਕ ਵਾਸਤੇ, ਸਨੈਪਚੈਟ ਵਾਸਤੇ, ਫੇਸਬੁੱਕਾਂ ਵਾਸਤੇ ਫੋਟੋਆਂ ਖਿੱਚ ਕੇ ਮੁੜ ਗਏ। ਨਹੀਂ, ਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਹੇ ਪ੍ਰੇਮੀ ਜਨੋ, ਜਿਹੜੇ ਗੁਰੂ ਚਰਨਾਂ ਵਿੱਚ ਆਏ ਹੋ ਉਹ ਸ਼ਰਧਾ ਧਾਰਨ ਕਰਕੇ ਅਗਲੀ ਕਥਾ ਸੁਣੋ। ਜੇ ਕਾਰਨ ਅਵਤਾਰ, ਜਿਸ ਕਾਰਨ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਅਵਤਾਰ ਧਾਰਿਆ ਹੈ। ਚੇਤਨ ਸਤੰ, ਸਤਿਚਿਤ ਆਨੰਦ ਸਰੂਪ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਹ ਚੇਤਾ ਕੀਤਾ ਮਨ ਦੇ ਵਿੱਚ, ਕੀਓ ਚੈਤ ਵਿਸਤਾਰ, ਔਰ ਵਿਸਥਾਰ ਕਰਨਾ, ਫੈਲਾਉਣਾ ਚਾਹਿਆ। ਮੁਕਤ ਪੰਥ ਸਿੱਖੀ ਸੁਮਤ, ਮੁਕਤੀ ਦਾ ਜਿਹੜਾ ਰਸਤਾ ਹੈ ਤੇ ਸਿੱਖੀ ਦਾ ਜਿਹੜਾ ਪੰਥ ਹੈ ਤੇ ਲੋਕਾਂ ਨੂੰ ਸ਼ੁਭ ਮੱਤ ਦੇਣੀ ਹੈ ਜਿਹੜੀ, ਇਹਦਾ ਵਿਸਥਾਰ ਕਰਨ ਦਾ ਵਿਚਾਰ ਸਤਿਗੁਰੂ ਨਾਨਕ ਦੇਵ ਦੇ ਮਨ ਦੇ ਵਿੱਚ ਆਇਆ। ਦੋਹਰਾ ਬਾਲੇ ਸੋ ਬੋਲੇ ਪ੍ਰਭੂ, ਉਸ ਵੇਲੇ ਭਾਈ ਬਾਲਾ ਜੀ ਨੂੰ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਬੋਲੇ, ਜਗਤ ਲਾਜ ਕੋ ਛੋਰ, ਕਹਿੰਦੇ ਭਾਈ ਬਾਲੇ ਹੁਣ ਅੱਜ ਤੋਂ ਬਾਅਦ ਆ ਜਿਹੜੀ ਜੱਗ ਦੀ ਲੱਜਿਆ ਨਾ, ਜੱਗ ਦੀ ਸ਼ਰਮ ਮੰਨਣੀ ਆ ਵੀ ਲੋਕ ਕੀ ਕਹਿਣਗੇ। ਇਹ ਮੋਦੀ ਖਾਨੇ ਦਾ ਕੰਮ ਤਿਆਗ ਗਏ ਆ, ਇਹਨਾਂ ਨੂੰ ਮੋਦੀ ਖਾਨੇ 'ਚੋਂ ਘਾਟਾ ਪੈ ਗਿਆ, ਲੋਕ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਦੇ ਆ। ਕਹਿੰਦੇ ਸੰਸਾਰ ਦੀ ਲੱਜਿਆ ਨੂੰ ਤਿਆਗ ਦੇਣਾ ਹੈ। ਅਮਰ ਰੀਤ ਪਰਤੈ ਲੈ, ਹੁਣ ਕਹਿੰਦੇ ਅਸੀਂ ਹੋਰ ਤਰ੍ਹਾਂ ਦੀ ਰੀਤੀ ਦੇ ਨਾਲ ਵਰਤਾਂਗੇ। ਰਹੋ ਬੇਬੇ ਘਰ ਹੋਰ, ਤੇ ਤੁਸੀਂ ਭਾਈ ਬਾਲਾ ਜੀ ਸਾਡੇ ਨਾਲ ਨਹੀਂ ਰਹਿਣਾ, ਹੁਣ ਤੁਸੀਂ ਬੇਬੇ ਨਾਨਕੀ ਜੀ ਦੇ ਘਰ ਜਾ ਕੇ ਰਹੋ। ਤਥਾ ਭਗੀਰਥ ਸੋ ਬਨਿਓ, ਤੇ ਇਸੇ ਤਰ੍ਹਾਂ ਭਾਈ ਭਗੀਰਥ ਜਿਹੜਾ ਦੇਵੀ ਦਾ ਪੂਜਕ ਸੀ, ਮਲਸੀਹਾਂ ਦੇ ਰਹਿਣ ਵਾਲਾ, ਸਤਿਗੁਰੂ ਨਾਨਕ ਦੇਵ ਜੀ ਦਾ ਸਿੱਖ ਹੋ ਗਿਆ ਸੀ। ਉਸ ਪ੍ਰਤੀ ਸਤਿਗੁਰੂ ਨੇ ਆਖਿਆ, ਕਹਿੰਦੇ ਭਾਈ ਭਗੀਰਥ ਹੁਣ ਤੂੰ ਵੀ ਆਪਣੇ ਘਰੇ ਚਲਿਆ ਜਾ, ਇੱਥੇ ਨਹੀਂ ਰਹਿਣਾ, ਸਾਡੀ ਸੇਵਾ ਵਿੱਚ ਕਦੇ ਕਦੇ ਆ ਕੇ ਦਰਸ਼ਨ ਕਰ ਲਿਆ ਕਰੀ। ਹੋਰ ਬਕੇ ਵਿਵਹਾਰ ਜੋ, ਪਹਿਲਾਂ ਵਾਲੇ ਜਿਹੜੇ ਵਿਵਹਾਰ ਕੰਮਕਾਰ ਹਨ ਤਿਨੋਂ ਨਾ ਅਭਿਮਾਨ ਝੱਲ ਆਈ, ਉਹਨਾਂ ਨੂੰ ਕਹਿੰਦੇ ਹੁਣ ਮਨ ਦੇ ਵਿੱਚ ਨਾ ਲਿਆਓ ਵੀ ਆਪਾਂ ਮੋਦੀ ਖਾਨੇ ਬੈਠ ਕੇ ਤੇ 13 ਤੋਲਾਂਗੇ, ਸੌਦਾ ਤੋਲ ਕੇ ਲੋਕਾਂ ਨੂੰ ਦੇਵਾਂਗੇ, ਜਾਂ ਕੋਈ ਜਾਚਕ ਮੰਗਤੇ ਆਉਣਗੇ ਆਪਾਂ ਉਹਨਾਂ ਨੂੰ ਦਾਨ ਕਰਾਂਗੇ। ਉਹ ਕਹਿੰਦੇ ਹੁਣ ਮਨ ਵਿੱਚ ਨਹੀਂ ਲਿਆਉਣੇ, ਸਭ ਕੁਝ ਛੱਡ ਦੇਣਾ। ਸਵਈਆ ਈਕ ਸਮੈ ਜਲ ਈਸ਼ਵਰ ਕੋ, ਇੱਕ ਸਾਧ ਸੰਗਤ ਜੀ ਐਸਾ ਸਮਾਂ ਆਇਆ, ਇੱਕ ਵੇਲੇ ਜਲ ਦਾ ਜਿਹੜਾ ਈਸ਼ਰ, ਜਲ ਦਾ ਦੇਵਤਾ ਵਰੁਣ ਦੇਵਤਾ, ਆਪਣੇ ਸਨਾਤਨ ਮਤ ਵਾਲੇ ਕਹਿ ਦਿੰਦੇ ਆ, ਆਪਾਂ ਸਿੱਖ ਵੀ ਵਰੁਣ ਦੇਵਤਾ ਕਹਿ ਦਿੰਦੇ ਆ, ਜਲ ਦੇਵਤਾ, ਤੇ ਜਿਹੜੇ ਮੁਸਲਮਾਨ ਹੈ ਉਹਨੂੰ ਖਵਾਜਾ ਪੀਰ ਕਹਿ ਦਿੰਦੇ ਆ। ਸੋ ਜਿਹੜਾ ਇਹ ਜਲ ਦਾ ਦੇਵਤਾ ਕਹਿੰਦੇ ਇੱਕ ਵਾਰੀ ਸੁਖਰਾਸ ਆਕਾਸ਼ ਭਾਈ ਸਭ ਬਾਣੀ, ਉਸ ਨੂੰ ਸੁੱਖਾਂ ਦੇ ਖਜ਼ਾਨੇ, ਸੁੱਖਾਂ ਦੇ ਰਾਸ ਅਕਾਲ ਪੁਰਖ ਵਾਹਿਗੁਰੂ ਦੇ ਵੱਲੋਂ ਆਵਾਜ਼ ਸੁਣਾਈ ਦਿੱਤੀ, ਗੈਬੀ ਸ਼ਕਤੀ ਦੀ ਆਵਾਜ਼ ਆਈ। ਨਾਨਕ ਪਾਸ ਬਲਾਸ ਸੋ, ਆਵਾਜ਼ ਕੀ ਆਈ ਵਾਹਿਗੁਰੂ ਦੀ ਕਿ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਸਾਡੇ ਕੋਲ ਭੇਜੋ, ਬੜੇ ਉਤਸ਼ਾਹ ਦੇ ਸਹਿਤ ਤੁਮ ਜਾ ਸੋਧ ਦੇ ਸੁਖਦਾਨੀ, ਉਹਨਾਂ ਨੂੰ ਸੁਨੇਹਾ ਦਿਓ ਕਿ ਅਸੀਂ ਅਕਾਲ ਪੁਰਖ ਵਾਹਿਗੁਰੂ ਉਹਨਾਂ ਨੂੰ ਬੁਲਾ ਰਹੇ ਹਾਂ, ਤੇ ਜਿਹੜੇ ਹਿਰਦੇ ਦੇ ਵਿੱਚ ਸੁੱਖਾਂ ਦਾ ਦਾਨ ਕਰਨ ਵਾਲੇ ਸਤਿਗੁਰੂ ਨਾਨਕ ਆ ਉਹ ਸਾਨੂੰ ਆ ਕੇ ਮਿਲਣ। ਕਾਨ ਸੁਣੀ ਮਨ ਮਾਨ ਗੁਨੀ, ਜਦੋਂ ਆਪਣੇ ਕੰਨੀ ਜਲ ਦੇਵਤਾ ਨੇ, ਵਰੁਣ ਦੇਵਤਾ ਨੇ, ਖਵਾਜੇ ਨੇ ਇਹ ਆਵਾਜ਼ ਆਕਾਸ਼ਬਾਣੀ ਸੁਣੀ, ਇਹਨੇ ਮਨ ਦੇ ਵਿੱਚ ਮੰਨ ਲਈ ਤੇ ਵਿਚਾਰਿਆ, ਭਈ ਦੇ ਦੁਨੀ ਕਰ ਜੋ ਕਿਰਪਾਨੀ, ਇਹਦੀ ਦੇਹ ਦੁੱਗਣੀ ਹੋ ਗਈ। ਜਿਵੇਂ ਸਾਧ ਸੰਗਤ ਜੀ ਦਰਖਤ ਨੂੰ ਪਾਣੀ ਮਿਲ ਜਾਵੇ ਤੇ ਦੁੱਗਣਾ ਫਲਦਾ ਨਾ, ਦੁੱਗਣਾ ਫੁੱਲਦਾ ਵੱਧਦਾ ਹੈ, ਇਸੇ ਤਰ੍ਹਾਂ ਕਹਿੰਦੇ ਇਹ ਬਚਨ ਸੁਣ ਕੇ ਇਹਦੀ ਖੁਸ਼ੀ ਡਬਲ ਹੋ ਗਈ। ਦੇ ਧਰੀ ਕਰਤਾਰ ਹਰੀ, ਮਨ ਵਿੱਚ ਸੋਚਦਾ ਹੈ ਕਿ ਕਰਤਾਰ ਨੇ, ਸੰਸਾਰ ਦੇ ਕਰਤੇ ਅਕਾਲ ਪੁਰਖ ਵਾਹਿਗੁਰੂ ਨੇ, ਹਰੀ ਨੇ ਗੁਰੂ ਨਾਨਕ ਸਰੂਪ ਵਿੱਚ ਦੇਹੀ ਧਾਰਨ ਕੀਤੀ ਹੈ। ਮਿਲ ਹੋਏ ਕਰੀ ਪਰਸੋਂ ਲੋਕ ਗਤਦਾਨੀ, ਕਹਿੰਦਾ ਵੀ ਕਿੰਨੀ ਖਰੀ ਵਿਧੀ ਹੋਊ, ਕਿੰਨਾ ਚੰਗਾ ਹੋ ਜਾਏਗਾ ਜਦੋਂ ਮੈਂ ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਨੂੰ ਪਰਸਾਂਗਾ। ਵੇਈ ਮੈਂ ਆਏ ਨਿਵਾਸ ਕਰਾ, ਉਹ ਜਿਹੜੀ ਵੇਈ ਨਦੀ ਸੁਲਤਾਨਪੁਰ ਨਗਰ ਦੇ ਕੋਲੋਂ ਛੋਟੀ ਜੀ ਨਦੀ ਲੰਘਦੀ ਹੈ, ਵੇਈ ਉਹਦਾ ਨਾਮ ਹੈ।
ਉਹਦੇ ਵਿੱਚ ਆ ਕੇ ਵਰੁਣ ਦੇਵਤੇ ਨੇ ਖਵਾਜੇ ਨੇ ਨਿਵਾਸ ਕਰ ਲਿਆ। ਜੇ ਪਾਸ ਆਵਾਸ ਗੁਰੂ ਤਨ ਧਾਰੀ। ਜਿਸ ਨਦੀ ਦੇ ਬਿਲਕੁਲ ਨੇੜੇ ਹੀ ਸਤਿਗੁਰੂ ਨਾਨਕ ਦੇਵ ਜੀ ਦਾ ਘਰ ਹੈ, ਸਤਿਗੁਰੂ ਨਿਵਾਸ ਕਰਦੇ ਹਨ। ਆਨ ਇਸ਼ਨਾਨ ਕਰੈ ਦੇ ਥਾਨ। ਜਿਸ ਜਗ੍ਹਾ ਦੇ ਉੱਤੇ ਸਤਿਗੁਰੂ ਨਾਨਕ ਦੇਵ ਮਹਾਰਾਜ ਨਿੱਤਾ ਪ੍ਰਤੀ ਆ ਕੇ ਇਸ਼ਨਾਨ ਕਰਦੇ ਹਨ, ਰਹਿਓ ਮਤਵਾਨ ਤਾਂ ਮਿਲਵਾਰੀ। ਉੱਥੇ ਸਿਆਣੀ ਬੁੱਧੀ ਵਾਲਾ ਜਿਹੜਾ ਜਲ ਦੇਵਤਾ ਪਾਣੀ ਵਿੱਚ ਰਹਿ ਪਿਆ ਕੇ ਜਾਤ ਬਲੀ ਪ੍ਰਭਾਤ ਕੋ ਨਾਤ। ਸਤਿਗੁਰੂ ਸੱਚੇ ਪਾਤਸ਼ਾਹ ਵੱਡੇ ਤੜਕੇ ਜਾਂਦੇ ਤੇ ਇਸ਼ਨਾਨ ਕਰਦੇ ਹਨ। ਜਦੋਂ ਰਸ ਸਾਧ ਕਲੇਵਰ ਚਾਰੀ। ਇਉਂ ਮੰਨੋ ਵੀ ਸ਼ਾਂਤ ਰਸ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਸਰੂਪ ਧਾਰਨ ਕੀਤਾ ਹੋਇਆ ਹੈ। ਬਸੁਰ ਤਾਂ ਇੱਕ ਦਾਸ ਹੈ ਪਾਸ। ਇੱਕ ਦਿਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਇਸ਼ਨਾਨ ਕਰਨ ਵਾਸਤੇ ਗਏ, ਨਾਲ ਉਹਨਾਂ ਦੇ ਇੱਕ ਦਾਸ ਸੇਵਕ ਹੈ। ਸੋ ਬਾਸ ਜੀ ਕਰੀ ਸੰਗਤ ਪਿਆਰੀ। ਇਹਨੇ ਸਤਿਗੁਰੂ ਜੀ ਦੇ ਪਹਿਨਣ ਵਾਲੇ ਜਿਹੜੇ ਨਵੀਨ ਵਸਤਰ ਹੈ, ਸਵੱਛ ਵਸਤਰ ਹੈ, ਧੋਤੇ ਹੋਏ, ਉਹ ਨਾਲ ਲਏ ਆ, ਨਾਲ ਜਾਣ ਦੀ ਤਿਆਰੀ ਕੀਤੀ। ਆਪਨ ਤੇ ਚਲ ਨੀਰ ਕੇ ਤੀਰ ਪੈ। ਆਪਨ ਤੋਂ ਹੱਟੀ ਤੋਂ ਹੱਟ ਸਾਹਿਬ ਮੋਦੀਖਾਨੇ ਤੋਂ ਚੱਲ ਕੇ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਆਪਣੇ ਇੱਕ ਸੇਵਕ ਦੇ ਸਮੇਤ ਇਸ ਨਦੀ ਦੇ ਵੇਈ ਨਦੀ ਦੇ ਕਿਨਾਰੇ ਪਹੁੰਚੇ ਦੰਤਨ ਧਾਰਨ ਅਨਹਾਨ ਕਰੀ। ਤੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਉੱਥੇ ਜਾ ਕੇ ਪਹਿਲਾਂ ਦਾਤਣ ਕੀਤੀ ਬੇਰੀ ਦੇ ਦਰਖਤ ਦੀ। ਕਾਟ ਲਈ ਤਰ ਹੋਦ ਭਇਓ ਤਰ। ਉਹ ਦਾਤਣ ਕਰਨ ਤੋਂ ਬਾਅਦ ਸਤਿਗੁਰੂ ਸੱਚੇ ਪਾਤਸ਼ਾਹ ਨੇ ਦਾਤਣ ਨੂੰ ਧਰਤੀ ਦੇ ਵਿੱਚ ਗੱਡ ਦਿੱਤਾ। ਜਿੱਥੇ ਅੱਜ ਕੱਲ੍ਹ ਸਾਧ ਸੰਗਤ ਜੀ ਬਹੁਤ ਵੱਡਾ ਸੁਲਤਾਨਪੁਰ ਜਦੋਂ ਦਰਸ਼ਨ ਕਰਨ ਜਾਓ ਨਾ, ਗੁਰਦੁਆਰਾ ਬੇਰ ਸਾਹਿਬ, ਉੱਥੇ ਵੇਈ ਨਦੀ ਦੇ ਕਿਨਾਰੇ ਦੇ ਉੱਤੇ ਸਾਧ ਸੰਗਤ ਜੀ ਬਹੁਤ ਵੱਡਾ ਉਹ ਬੇਰੀ ਦਾ ਦਰਖਤ ਸ਼ੋਭਾ ਪਾਉਂਦਾ ਹੈ। ਬਲੋ ਪਰ ਸੋ ਬਦਰੀ। ਉਹ ਬਦਰੀ ਜਿਹੜਾ ਬੇਰੀ ਦਾ ਦਰਖਤ ਹੁਣ ਤੱਕ ਵੀ ਉੱਥੇ ਹੈ। ਆਨਨ ਆਰਨ ਜਾਤ ਬਖਾਰਤ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣਾ ਕਮਲ ਵਰਗਾ ਮੁਖੜਾ ਵੇਈ ਨਦੀ ਦੇ ਉੱਤੇ ਧੋਤਾ। ਨਾਤ ਜਿਉ ਹੀਰਨ ਪਾਤ ਖਰੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਦੰਦ ਇੰਨੇ ਸੋਹਣੇ ਆ, ਮਾਨੋ ਖਰੇ ਹੀਰਿਆਂ ਦੀ ਲੜੀ ਹੋਵੇ। ਕਾਂਡ ਹੋਵੇ ਤੀਰ ਲਿਓ ਪਦ ਨੀਰ। ਕਿਨਾਰੇ ਦੇ ਉੱਤੇ ਖੜੇ ਹੋ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣੇ ਚਰਨ ਜਲ ਦੇ ਵਿੱਚ ਪ੍ਰਵੇਸ਼ ਕੀਤੇ। ਗਏ ਮਦ ਧੀਰ ਅਧੀਰ ਹਰੀ। ਇਉਂ ਵਸਤਰ ਉਤਾਰ ਕੇ ਸਤਿਗੁਰੂ ਜੀ ਨਦੀ ਦੇ ਬਿਲਕੁਲ ਵਿਚਕਾਰ ਚਲੇ ਗਏ। ਜਿਹੜੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬੇਹੌਸਲਿਆਂ ਦਾ ਹੌਸਲਾ ਬਣਾਉਣ ਵਾਲੇ ਹਨ, ਅਧੀਰ ਨੂੰ ਸਤਿਗੁਰ ਸੱਚੇ ਪਾਤਸ਼ਾਹ ਜੀ ਹਰਨ ਵਾਲੇ, ਦੂਰ ਕਰਨ ਵਾਲੇ ਹਨ। ਬਾਰ ਵਿਖੇ ਇੱਕ ਬਾਰ ਕੀਓ ਬਾਬਾ। ਇਉਂ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਇਸ ਜਲ ਦੇ ਵਿੱਚ ਆਪਣਾ ਸਾਰਾ ਸਰੀਰ ਪ੍ਰਵੇਸ਼ ਕੀਤਾ। ਆਨ ਬਰਾਬਰ ਬਾਰ ਅਗਾਰੀ। ਤੇ ਜਦੋਂ ਸਤਿਗੁਰੂ ਜੀ ਇਹ ਜਲ ਦੇ ਵਿੱਚ ਪ੍ਰਵੇਸ਼ ਹੋਏ ਤੇ ਜਲ ਦਾ ਜਿਹੜਾ ਦੇਵਤਾ ਇਹਨਾਂ ਦੇ ਅੱਗੇ ਹੱਥ ਬੰਨ੍ਹ ਕੇ ਆ ਖੜਾ ਹੋਇਆ। ਆਨੰਦ ਕੰਦ ਪਦਮ ਅਰਵਿੰਦ। ਸੋ ਇਹਨੇ ਆ ਕੇ ਆਨੰਦ ਦੇ ਮੂਲ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਉੱਤੇ ਨਮਸਕਾਰ ਕੀਤੀ। ਲੋ ਪਰ ਮੰਦਨ ਧਾਰੀ। ਦੋਵੇਂ ਹੱਥ ਜੋੜ ਕੇ ਸਤਿਗੁਰੂ ਜੀ ਨੂੰ ਮੱਥਾ ਟੇਕਿਆ। ਲੋਚਨ ਗੋਚਰ ਸੋਚ ਵਿਮੋਚਨ। ਸਤਿਗੁਰੂ ਸੱਚੇ ਪਾਤਸ਼ਾਹ ਜੀ ਜਿਹੜੇ ਲੋਚਨਾਂ ਨੇਤਰਾਂ ਦੇ ਨਾਲ ਦੇਖਣੇ ਯੋਗ ਹਨ, ਔਰ ਹਰ ਪ੍ਰਕਾਰ ਦੀਆਂ ਸੋਚਾਂ ਚਿੰਤਾਵਾਂ ਨੂੰ ਦੂਰ ਕਰਨ ਵਾਲਾ ਐਸਾ ਜਿਨ੍ਹਾਂ ਦਾ ਸਰੂਪ ਹੈ। ਐਸਾ ਸਤਿਗੁਰੂ ਜੀ ਦਾ ਸੁੰਦਰ ਸਰੂਪ ਦੇਖ ਕੇ ਇਹ ਬੜਾ ਪ੍ਰਸੰਨ ਹੋਇਆ। ਉਸ ਵੇਲੇ ਇਹਨੇ ਵਰੁਣ ਦੇਵਤੇ ਨੇ, ਜਲ ਦੇਵਤੇ ਨੇ ਆਪਣੇ ਮੁਖੋਂ ਬਚਨ ਕੀਤੇ। ਬੜਾ ਖੁਸ਼ ਹੋਇਆ। ਅਤੋਲਿਆ ਹੀ ਜਿਹੜਾ ਭਾਵ ਬਹੁਤਾ ਹੀ ਇਹਨੂੰ ਆਨੰਦ ਪ੍ਰਾਪਤ ਹੋਇਆ, ਸਤਿਗੁਰੂ ਤੋਂ ਕੁਰਬਾਨ ਜਾਂਦਾ ਹੈ। ਫਿਰ ਕਹਿਣ ਲੱਗਾ, ਕਹਿੰਦਾ ਮਹਾਰਾਜ ਮੈਨੂੰ ਇੱਕ ਵਾਰੀ ਇਹ ਆਕਾਸ਼ਬਾਣੀ ਹੋਈ। ਆਕਾਸ਼ਬਾਣੀ ਕੀ ਹੋਈ? ਤੁਹਾਡੇ ਵਾਸਤੇ ਸੁਨੇਹਾ ਹੈ ਕਿ ਆਪ ਜੀ ਜਲਦੀ ਹੀ ਕਰਤਾਰ ਦੇ ਕੋਲ, ਅਕਾਲ ਪੁਰਖ ਵਾਹਿਗੁਰੂ ਦੇ ਕੋਲ ਜਾਓ। ਉਹ ਅਕਾਲ ਪੁਰਖ ਵਾਹਿਗੁਰੂ ਜਿਹੜਾ ਸੱਚਖੰਡ ਵਸੈ ਨਿਰੰਕਾਰ, ਸੱਚਖੰਡ ਦੇ ਵਿੱਚ ਜਿਹਦਾ ਵਾਸਾ ਔਰ ਜਿਹਦਾ ਸੱਚਖੰਡ ਅਖੰਡ ਹੈ, ਖੰਡਿਆ ਨਾ ਜਾਣ ਵਾਲਾ ਹੈ, ਕਦੇ ਨਾ ਨਾਸ਼ ਹੋਣ ਵਾਲਾ ਹੈ। ਸਾਰੇ ਸੰਸਾਰ ਨੂੰ ਸਵਾਰਨ ਵਾਲੇ ਵਾਹਿਗੁਰੂ ਦਾ ਜਿੱਥੇ ਨਿਵਾਸ ਹੈ। ਜਲ ਦੇਵਤੇ ਤੋਂ ਇਹ ਵਚਨ ਸੁਣ ਕੇ ਸਤਿਗੁਰੂ ਜੀ ਨੇ
ਆਖਿਆ। ਸੁਧ ਜਾਤਕ ਕੀ ਔਰ ਮੈਂ ਵਰਤਾਰਾ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਪਹੁੰਚਣ ਦੀ ਕਹਿੰਦੇ ਇਹ ਖਬਰ ਕਹਿੰਦੇ ਮੇਰੇ ਦਿਲ ਵਿੱਚ ਵੀ ਹੈ। ਇਹ ਵਰਤਾਰਾ ਪਹਿਲਾਂ ਹੀ ਵਰਤਿਆ ਹੋਇਆ ਹੈ। ਭੂਪਨ ਭੂਪਤ ਜੋਤ ਸਰੂਪ। ਸਤਿਗੁਰੂ ਸੱਚੇ ਪਾਤਸ਼ਾਹ ਜਿਹੜੇ ਰਾਜਿਆਂ ਦੇ ਵੀ ਮਹਾਰਾਜੇ ਹਨ ਤੇ ਜੋਤੀ ਸਰੂਪ ਹਨ। ਅਨੋਪ ਪੈ ਜਾਇਓ ਹੀਨ ਅਵਾਰਾ। ਸਤਿਗੁਰੂ ਪਾਤਸ਼ਾਹ ਕਹਿੰਦੇ ਮੈਂ ਬਿਨਾਂ ਦੇਰੀ ਤੋਂ ਉਸ ਅਕਾਲ ਪੁਰਖ ਵਾਹਿਗੁਰੂ ਦੇ ਜਿਹੜਾ ਰਾਜਨ ਰਾਜ ਭਾਨਨ ਭਾਨ ਦੇਵਾਨ ਦੇਵ ਉਪਮਾ ਮਹਾਨ ਹੈ, ਐਸੇ ਸਤਿਗੁਰੂ ਦੇ ਚਰਨਾਂ ਵਿੱਚ ਬਿਨਾਂ ਦੇਰੀ ਅਕਾਲ ਪੁਰਖ ਦੇ ਚਰਨਾਂ ਵਿੱਚ ਪਹੁੰਚਾਂਗਾ। ਜੋ ਕਹਿ ਗਏ ਬਦਲੈਨ। ਇਉਂ ਬਚਨ ਕਹਿ ਕੇ ਸਤਿਗੁਰੂ ਸੱਚੇ ਪਾਤਸ਼ਾਹ ਜਿਹੜੇ ਮੁਕਤੀ ਦੇ ਦਾਤੇ ਹਨ। ਗੁਰੂ ਬਨੈਨ ਜਹਾਂ ਦਰਬਾਰਾ। ਜਲ ਦੇ ਵਿੱਚ ਸਾਧ ਸੰਗਤ ਜੀ ਟੁੱਬੀ ਲਾ ਕੇ ਜਾਣ ਵਾਸਤੇ ਤਿਆਰ ਹੋ ਗਏ। ਸਤਿਗੁਰੂ ਸੱਚੇ ਪਾਤਸ਼ਾਹ ਜਿਹੜੇ ਗੁਣਾਂ ਦਾ ਘਰ ਹਨ, ਜਿੱਥੇ ਅਕਾਲ ਪੁਰਖ ਵਾਹਿਗੁਰੂ ਦਾ ਦਰਬਾਰ ਸੱਚਖੰਡ ਹੈ। ਦਾਸ ਸੁਪਾਸਰੀ ਕਰ ਆਸ। ਇੱਧਰ ਜਿਹੜਾ ਦਾਸ ਹੈ, ਨੌਕਰ ਹੈ, ਸੇਵਾਦਾਰ ਹੈ, ਉਹ ਕਿਨਾਰੇ ਦੇ ਉੱਤੇ ਸਤਿਗੁਰੂ ਜੀ ਦੇ ਕੱਪੜੇ ਲੈ ਕੇ ਖੜਾ ਹੈ। ਨਿਰਾਸ ਸਭ ਪਿਆ ਨਿਰਾਸ ਭਇਆ ਪਛਤਾਸ ਵਿਚਾਰਾ। ਆਸ ਨਿਰਾਸ਼ ਭਇਆ, ਉਹਦੀ ਜਿਹੜੀ ਆਸ਼ਾ ਸੀ ਜਿਹੜੀ ਉਹ ਨਿਰਾਸ਼ਾ ਦੇ ਵਿੱਚ ਬਦਲ ਗਈ, ਕਿਉਂਕਿ ਸਤਿਗੁਰੂ ਨੇ ਇੱਕ ਡੁਬਕੀ ਲਾਈ, ਮੁੜ ਕੇ ਜਲ ਤੋਂ ਬਾਹਰ ਹੀ ਨਹੀਂ ਆਏ। ਸੋ ਬੜਾ ਮਨ ਵਿੱਚ ਇਹ ਪਛਤਾਉਂਦਾ ਹੈ, ਕਾਲ ਪਇਓ ਕੋ ਗੀਤ ਵਿਰਾਲ ਕੇ। ਕਿਉਂਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਬਹੁਤ ਜ਼ਿਆਦਾ ਸਮਾਂ ਹੋ ਗਿਆ ਪਾਣੀ ਵਿੱਚ ਪ੍ਰਵੇਸ਼ ਕੀਤਿਆਂ। ਆਨ ਦਿਆਲ ਨਾ ਭੂਲ ਸੁਭਾਰਾ। ਤੇ ਦਿਆਲੂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆ ਕੇ ਕਿਨਾਰਾ ਨਹੀਂ ਸੰਭਾਲਿਆ, ਬਾਹਰ ਨਹੀਂ ਆਏ। ਜਲ ਵਿੱਚ ਇੱਕ ਐਸੀ ਟੁੱਬੀ ਮਾਰੀ, ਮੁੜ ਕੇ ਦਿਖਾਈ ਨਹੀਂ ਦਿੱਤੇ। ਉਹ ਬਿਸਮਾਤ ਕਰੈ ਤੁਰਤ ਬਾਦ। ਇਹ ਬੜਾ ਹੈਰਾਨ ਜਿਹਾ ਹੋਇਆ। ਹੈਰਾਨ ਹੋ ਕੇ ਫਿਰ ਇਹਨੇ ਆਪਣੇ ਦੋਵੇਂ ਜਿਹੜੇ ਪੈਰ ਆ ਹੌਲੀ ਹੌਲੀ ਧਰੇ ਬਿਨਾ ਪਹਿਲਾਦ ਗਇਓ ਮਨ ਮਾਰਾ। ਤੇ ਬਿਨਾਂ ਖੁਸ਼ੀ ਤੋਂ ਬੜੇ ਗਮਜੇ ਦੇ ਵਿੱਚ ਮਾਰੇ ਹੋਏ ਜੇ ਮਨ ਦੇ ਨਾਲ ਇਹ ਗਿਆ ਹੈ। ਹੈ ਪਟਪਾਨ ਹਿਰਦੈ ਅਕਲਾਨ। ਹੱਥ ਦੇ ਵਿੱਚ ਇਹਦੇ ਸਤਿਗੁਰੂ ਜੀ ਦੇ ਵਸਤਰ ਫੜੇ ਹੋਏ ਹੈ ਤੇ ਹਿਰਦੇ ਦੇ ਵਿੱਚ ਇਹਦੇ ਬੜੀ ਘਬਰਾਹਟ ਹੈ। ਸੋ ਦੌਲਤ ਖਾਨ ਬੇ ਭਾਨ ਧਇਓ। ਜਾ ਕੇ ਇਹ ਦੌਲਤ ਖਾਨ ਦੇ ਘਰ ਦੇ ਵਿੱਚ ਜਾ ਪਹੁੰਚਿਆ। ਤੀਰ ਵਿਹੀਨ ਪਠੀਨ ਅਧੀਨ। ਜਦੋਂ ਰਸਤੇ ਦੇ ਵਿੱਚ ਜਾਂਦਾ ਤੇ ਸਾਧ ਸੰਗਤ ਜੀ ਬੜਾ ਇਹ ਅਧੀਰ ਜਾ ਹੋ ਕੇ, ਬੜਾ ਹੌਸਲੇ ਤੋਂ ਰਹਿਤ ਹੋ ਕੇ ਭੱਜਿਆ ਜਾ ਰਿਹਾ, ਜਿਵੇਂ ਨੀਰ ਤੋਂ ਬਿਨਾ, ਪਾਣੀ ਤੋਂ ਬਿਨਾ ਮੱਛੀ ਜਿਹੜੀ ਆ ਉਹ ਸਾਧ ਸੰਗਤ ਜੀ ਬੜੀ ਵਿਆਕੁਲ ਹੁੰਦੀ ਹੈ। ਜਿਉ ਚੀਨ ਸਦੈ ਨਰ ਬੋਝ ਕੀਓ। ਇਹਨੂੰ ਇਉਂ ਵਿਆਕੁਲ ਜਿਹਾ ਹੋਇਆ, ਘਬਰਾਇਆ ਹੋਇਆ, ਦੁਖੀ ਹੋਇਆ ਦੇਖ ਕੇ ਲੋਕ ਪੁੱਛਦੇ ਹਨ। ਸੂਰਤ ਸੂਰਤ ਦੌਲਤ ਬੌਲਤ। ਇਹ ਬੜਾ ਮਨ ਦੇ ਵਿੱਚ ਝੂਰਦਾ ਹੋਇਆ, ਦੌੜਦਾ ਭੱਜਦਾ, ਬੌਰਿਆਂ ਵਾਲੀ ਕਮਲਿਆਂ ਵਰਗੀ ਇਹਦੀ ਹਾਲਤ ਹੈ। ਕਾਹੂ ਕੋ ਉੱਤਰ ਕੋ ਨਾ ਦਇਓ। ਲੋਕ ਪੁੱਛਦੇ ਆ ਵੀ ਆ ਕੱਪੜੇ ਚੱਕ ਕੇ ਕਿੱਧਰ ਨੂੰ ਭੱਜਿਆ ਜਾਂਦਾ, ਪਰ ਇਹ ਕਿਸੇ ਨੂੰ ਉੱਤਰ ਨਹੀਂ ਦਿੰਦਾ। ਭੋਗ ਸਭਾ ਮੈਂ ਜਾਏ ਕਹਿਓ। ਰਾਜੇ ਦੇ ਨਵਾਬ ਦੌਲਤ ਖਾਨ ਦੇ ਦਰਬਾਰ ਦੇ ਵਿੱਚ ਜਾ ਕੇ ਇਹਨੇ ਕਿਹਾ ਬਾਰ ਬਾਰ ਵਿਖੇ ਨਹਿ ਬਹੁ ਕਰਿਓ। ਕਿ ਸਤਿਗੁਰੂ ਜੀ ਜਲ ਦੇ ਵਿੱਚ ਵੜ ਤਾਂ ਗਏ ਸਨ, ਜਲ ਵਿੱਚ ਪ੍ਰਵੇਸ਼ ਤਾਂ ਹੋ ਗਏ ਸਨ, ਪਰ ਮੁੜ ਕੇ ਬਾਹਰ ਨਹੀਂ ਆਏ। ਹਾਂ ਬਹੁ ਬਾਰੀ ਬਾਰ ਨਿਹਾਰ। ਮੈਂ ਤਾਂ ਬਹੁਤ ਵਾਰੀ ਵਾਰੀ ਉੱਥੇ ਪਾਣੀ ਨੂੰ ਦੇਖਿਆ। ਲਗੀ ਨਹਿ ਬਾਰ ਜਦੌਰ ਆਇਓ। ਜਦੋਂ ਮੈਨੂੰ ਲੱਗਿਆ ਵੀ ਉਹ ਤਾਂ ਜਲ ਦੇ ਵਿੱਚ ਡੁੱਬ ਗਏ ਆ, ਫਿਰ ਮੈਨੂੰ ਦੇਰੀ ਨਹੀਂ ਲੱਗੀ, ਉਸੇ ਵੇਲੇ ਮੈਂ ਇੱਥੇ ਭੱਜ ਕੇ ਆ ਗਿਆ ਹਾਂ। ਸੋ ਸੁਣ ਕੇ ਮਨ ਮੈਂ ਗੁਣਤਾ ਛਿਨ। ਉਸ ਵੇਲੇ ਸਾਧ ਸੰਗਤ ਜੀ ਮਨ ਦੇ ਵਿੱਚ ਵਿਚਾਰ ਕਰਕੇ ਇਹ ਬਚਨ ਸੁਣ ਕੇ ਜੀਨਕ ਕਾਨ ਪਵਾਏ ਲਇਓ। ਨਵਾਬ ਦੌਲਤ ਖਾਨ ਲੋਧੀ ਨੇ ਘੋੜੇ ਤੇ ਕਾਠੀ ਪਵਾ ਲਈ। ਕੇਵੜ ਕੋ ਬੁਲਵਾਏ ਕਵਾਏ ਕੈ। ਉਸ ਵੇਲੇ ਜਲਦੀ ਨਾਲ ਘੋੜਾ ਭਜਾ ਕੇ ਤੇ ਮਲਾਹਾਂ ਨੂੰ ਬੁਲਾਇਆ। ਆਏ ਗਈ ਤੜਖਾਂਡ ਪਇਓ। ਵੇਈ ਨਦੀ ਦੇ ਉਸ ਕਿਨਾਰੇ ਦੇ ਉੱਤੇ ਆ ਕੇ ਖੜਾ ਹੋ ਗਿਆ। ਪਰੌਰ ਪਰਾਪਰ ਦੌਰ ਕਰੇ ਨਰ। ਇੱਧਰ ਸਾਰੇ ਨਗਰ ਦੇ ਵਿੱਚ ਸੁਲਤਾਨਪੁਰ ਵਿੱਚ ਵੀ ਰੌਲਾ ਪੈ ਗਿਆ ਵੀ ਜੈ ਰਾਮ ਜੀ ਦਾ ਜਿਹੜਾ ਸਾਲਾ ਨਵਾਬ ਦੌਲਤ ਖਾਨ ਦਾ ਮੋਦੀ ਨਾਨਕ ਜਿਹੜਾ ਉਹ ਜਲ ਵਿੱਚ ਡੁੱਬ ਗਿਆ, ਪਾਣੀ ਵਿੱਚ ਵੇਈ ਨਦੀ ਵਿੱਚ ਡੁੱਬ ਗਿਆ। ਬਹੁਤ ਰੌਲਾ ਰੱਪਾ ਪੈ ਗਿਆ, ਸਾਰੇ ਪਿੰਡ ਵਾਲੇ ਵੀ ਦੌੜ ਤੁਰੇ। ਹਾਰ ਉਠਿਓ ਬਰ ਠੌਰ ਛਿਓ। ਸਾਰਿਆਂ ਦੇ ਮਨ ਦੇ ਵਿੱਚ ਇੱਕ ਤਰ੍ਹਾਂ ਨਾਲ ਹੌਲ ਜਾ ਪੈ ਗਿਆ। ਬਾਤ ਜੈ ਰਾਮ ਸੁਣੀ ਜਬ ਖਾਨ। ਜਦੋਂ ਜੈ ਰਾਮ ਨੇ ਆਪਣੇ ਕੰਨੀ ਇਹ ਖਬਰ ਸੁਣੀ, ਮਨੀ ਮਨਹੀਨ ਜਮੀਨ ਅਧੀਰਾ। ਜਿਵੇਂ ਸੱਪ ਮਣੀ ਗਵਾ ਕੇ
ਉਹ ਬੜਾ ਹੌਸਲੇ ਰਹਿਤ ਹੋ ਜਾਂਦਾ ਹੈ, ਜਾਂ ਮੱਛੀ ਜਿਹੜੀ ਪਾਣੀ ਤੋਂ ਬਿਨਾ ਬੜਾ ਤੜਫਦੀ ਹੈ, ਇਸ ਤਰ੍ਹਾਂ ਦੀ ਹਾਲਤ ਹੋ ਗਈ। ਧਾਏ ਧਰੈ ਕਰਨੀ ਪਦ ਪੂਰਨ ਉਸ ਵੇਲੇ ਦੌੜਿਆ ਜਾਂਦਾ, ਭੱਜਿਆ ਜਾਂਦਾ, ਜਲਦੀ ਜਲਦੀ ਧਰਤੀ ਤੇ ਪੱਬ ਰੱਖਦਾ ਹੈ। ਧੀਰ ਹਰੀ ਵਰ ਧਾਰ ਅਧੀਰਾ ਮਨ ਦਾ ਹੌਸਲਾ ਜਾ ਛੱਡ ਦਿੱਤਾ, ਹੌਸਲੇ ਤੋਂ ਰਹਿਤ ਹੋ ਗਿਆ ਜੈ ਰਾਮ। ਧੀਰ ਪਾਰ ਨ ਪਾਵੈ ਪਾਰ ਬੇਅੰਤ ਹੀ ਪੀੜਾ ਮਨ ਦੇ ਵਿੱਚ ਦੁੱਖ ਹੈ, ਕੋਈ ਪਾਰਾਵਾਰ ਕੋਈ ਕਿਨਾਰਾ ਪਾਇਆ ਨਹੀਂ ਜਾ ਰਿਹਾ, ਵਿਖੈ ਨ ਰੂਪ ਨ ਸ਼ਾਂਤ ਸਰੀਰਾ ਕਿਉਂਕਿ ਸ਼ਾਂਤੀ ਸਰੂਪ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਨਹੀਂ ਹੋ ਰਹੇ, ਦਿਖਾਈ ਨਹੀਂ ਦੇ ਰਹੇ ਕਿਤੇ। ਆਏ ਵੀ ਕਟੇਲ ਤਬਾਰ ਇਸ ਪ੍ਰਕਾਰ ਆ ਕੇ ਵੇਈ ਨਦੀ ਦੇ ਕਿਨਾਰੇ ਉੱਤੇ ਦੇਖਿਆ, ਉਹ ਖੋਜਤੈ ਨਾ ਲਹੈ ਸੁਖ ਹੀਰਾ ਪਰ ਲੱਭਦੇ ਸਾਰੇ ਆ, ਕਿਸੇ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜਿਹੜੇ ਸੁੱਖਾਂ ਦੇ ਹੀਰੇ ਰੂਪੀ ਹੈ, ਕਿਸੇ ਨੂੰ ਮਿਲਦੇ ਨਹੀਂ, ਪ੍ਰਾਪਤ ਨਹੀਂ ਹੁੰਦੇ। ਜਾਂ ਕਦ ਕੋਈ ਦਵਾਰ ਤੇ ਪਾਰ ਤੇ ਇਸ ਪ੍ਰਕਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਖੋਜਦੇ ਆ, ਲੱਭਦੇ ਆ ਨਦੀ ਦੇ ਵਿੱਚ, ਕਦੇ ਪਾਰਲੇ ਪਾਸੇ ਦੇਖਦੇ ਹਨ, ਹਾਰ ਪਰੇ ਨੇ ਵਾਰ ਕੇ ਪਾਇਓ ਪਰ ਸਾਰੇ ਹਾਰ ਹੰਭ ਗਏ, ਥੱਕ ਹਾਰ ਗਏ, ਜਲ ਦੇ ਵਿੱਚੋਂ ਸਤਿਗੁਰੂ ਸੱਚੇ ਪਾਤਸ਼ਾਹ ਨਾ ਮਿਲੇ ਕਿਸੇ ਨੂੰ। ਗੁਮ ਪਇਓ ਧਰਣੀ ਕੋ ਤਸਿਓ ਦੂਰ ਸਾਰੇ ਆਪੋ ਵਿੱਚ ਵਿਚਾਰਾਂ ਕਰਦੇ ਆ ਵੀ ਗੁਰੂ ਨਾਨਕ ਕਿੱਥੇ ਗੁੰਮ ਹੋ ਗਿਆ, ਕਿੱਥੇ ਗਵਾਚ ਗਿਆ, ਕੀ ਧਰਤੀ ਦੇ ਵਿੱਚ ਧਸ ਗਿਆ ਜਾਂ ਕਿੱਧਰ ਜਾ ਕੇ ਲੁਕ ਛਿਪ ਗਿਆ ਹੈ। ਐਸੇ ਗਇਓ ਨੈਣ ਰਖਾਇਓ ਕਹਿੰਦੇ ਕਿੱਧਰ ਨੂੰ ਚਲਿਆ ਗਿਆ, ਇਹ ਕਹਿੰਦੇ ਕਿਸੇ ਨੇ ਨੇਤਰਾਂ ਨਾਲ ਦੇਖਿਆ ਨਹੀਂ। ਸ੍ਰੀ ਗੁਰ ਕੀਰਤ ਸਾਗਰ ਸੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਮਹਿਮਾ ਉਹ ਸਾਗਰ ਵਰਗੀ, ਸਮੁੰਦਰ ਵਰਗੀ ਹੈ। ਮਦ ਮਾਨਵ ਕੀ ਤਟ ਪੈਲ ਬਾਇ ਅਬਦਾਇਓ ਤੇ ਸੰਸਾਰ ਦੇ ਮਨੁੱਖਾਂ ਦੀ ਜਿਹੜੀ ਮੱਤ ਉਹ ਕਹਿੰਦੇ ਇਉਂ ਹੈ ਜਿਵੇਂ ਇੱਕ ਨਦੀ ਦੇ ਕਿਨਾਰੇ ਦੇ ਉੱਤੇ, ਸਾਗਰ ਸਮੁੰਦਰ ਦੇ ਕਿਨਾਰੇ ਦੇ ਉੱਤੇ ਅਬਲਾ ਨਾਰੀ, ਕਮਜ਼ੋਰ ਇਸਤਰੀ ਖੜੀ ਹੋਵੇ, ਕੀਓ ਤੇ ਕਾਲ ਕੈ ਬਨ ਥਾਏ ਔਰ ਉਹਨੇ ਉੱਥੇ ਕਿਨਾਰੇ ਦੇ ਉੱਤੇ ਟਿਕਾਣਾ ਕੀਤਾ ਹੋਵੇ, ਤੇ ਸਮੁੰਦਰ ਦੀ ਜਿਹੜੀ ਥਾਹ ਉਹਨੂੰ ਦੇਖ ਰਹੀ ਹੋਵੇ ਵੀ ਇਹ ਤਾਂ ਬੜਾ ਵਿਸ਼ਾਲ ਹੈ, ਕਰੀ ਸੁਗਤਾਈ ਨਾ ਕੋ ਬਿਦਆਇਓ ਔਰ ਉਹ ਸਮੁੰਦਰ ਨੂੰ ਪਾਰ ਕਰਨ ਵਾਸਤੇ ਖੜੀ ਉੱਥੇ ਸੰਕੋਚ ਜੇ ਰਹੀ ਹੋਵੇ, ਤੇ ਕੋਈ ਉਹਨੂੰ ਵਿਧੀ ਨਾ ਆਉਂਦੀ ਹੋਵੇ, ਕੋਈ ਤਰੀਕਾ ਨਾ ਲੱਭ ਰਿਹਾ ਹੋਵੇ, ਪਾਰ ਕਿਵੇਂ ਜਾਵਾਂ। ਸਰਤਾ ਸਰ ਖੋਜ ਫਿਰੈ ਤੈ ਰੋਜ ਪੂਰਾ ਦਿਨ ਸਾਧ ਸੰਗਤ ਜੀ ਨਦੀ ਨੂੰ ਖੋਜ ਮਾਰਿਆ, ਲੱਭਦੇ ਰਹੇ ਸਤਿਗੁਰੂ ਨਾਨਕ ਦੇਵ ਜੀ ਨੂੰ, ਨਾ ਜਾਣਤ ਕੋ ਜੋ ਕਾਂਗਤ ਕੀਨੀ ਪਰ ਸਾਧ ਸੰਗਤ ਜੀ ਕਿਸੇ ਨੂੰ ਨਹੀਂ ਪਤਾ, ਕਿਸੇ ਨੇ ਨਾ ਜਾਣਿਆ ਕਿ ਸਤਿਗੁਰੂ ਨੇ ਆ ਕੀ ਕਲਾ ਵਰਤਾ ਦਿੱਤੀ, ਕੀ ਖੇਡ ਵਰਤਾਈ ਹੈ। ਇਸ ਬਾਦਲ ਦੇ ਪਛਤਾਏ ਭਏ ਪੁਨ ਬੜੇ ਮਨ ਦੇ ਵਿੱਚ ਹੈਰਾਨ ਵੀ ਹੋਏ ਤੇ ਬੜਾ ਪਛਤਾਵਾ ਕਰਦੇ ਹਨ ਸਾਰੇ। ਆਦਮੀ ਦਾਸ ਕੋ ਬਾਤ ਬੁਝੀਨੀ ਫਿਰ ਜਿਹੜੀ ਪਹਿਲਾਂ ਵਾਲੀ ਜਿਹੜੀ ਸਾਰੀ ਗੱਲਬਾਤ ਆ ਵੀ ਕਿਵੇਂ ਤੁਸੀਂ ਨਦੀ ਦੇ ਉੱਤੇ ਆਏ, ਕਿਵੇਂ ਕਿਵੇਂ ਘਟਨਾ ਵਾਪਰੀ, ਉਹ ਨੌਕਰ ਨੂੰ, ਦਾਸ ਨੂੰ ਪੁੱਛਣ ਲੱਗੇ। ਮਮ ਆਕਰ ਨੈਣਨ ਨਾਨ ਬਰੇ ਕਹਿਣ ਲੱਗਾ ਜੀ ਮੇਰੀਆਂ ਅੱਖਾਂ ਸਾਹਮਣੇ ਇਹ ਜਲ ਦੇ ਵਿੱਚ ਇਸ਼ਨਾਨ ਕਰਨ ਵਾਸਤੇ ਵੜੇ ਸਨ, ਨਿਰਸੇ ਨਾ ਤਕਨ ਤੁਮ ਕੀ ਕਰੀਨੀ ਪਰ ਕਹਿੰਦੇ ਮੁੜ ਕੇ ਕਿਨਾਰੇ ਦੇ ਉੱਤੇ ਆ ਕੇ ਨਿਕਲੇ ਨਹੀਂ, ਐਸੀ ਉਹਨਾਂ ਨੇ ਇੱਕ ਵਿਚਾਲੇ ਜਾ ਕੇ ਚੁੱਭੀ ਲਾਈ। ਬਹੁ ਬਾਰ ਨਿਹਾਲ ਕੈ ਬਾਰ ਤਬੈ ਮੈਂ ਵਾਰ-ਵਾਰ ਪਾਣੀ ਵੱਲ ਵੇਖਦਾ ਰਿਹਾ, ਬਿਨ ਬਾਰ ਨਿਬਾਰ ਕੋ ਮੈਂ ਸਦ ਦੀਨੀ ਜਦੋਂ ਮੈਨੂੰ ਲੱਗਿਆ ਵੀ ਉਹ ਨਹੀਂ ਬਾਹਰ ਆਏ, ਜਲ ਦੇ ਵਿੱਚ ਡੁੱਬ ਗਏ ਐ, ਫਿਰ ਬਿਨਾਂ ਵਾਰ ਤੋਂ ਬਿਨਾਂ ਦੇਰੀ ਤੋਂ ਜਾ ਕੇ ਮੈਂ ਨਵਾਬ ਸਾਹਿਬ ਨੂੰ ਖਬਰ ਦਿੱਤੀ। ਪੂਰਬ ਸੂਰਤ ਦੌਲਤ ਖਾਂ ਕਿਉਂ ਜਿਹੜਾ ਦੌਲਤ ਖਾਂ ਨਵਾਬ ਹੈ ਉਹ ਵੀ ਹਿਰਦੇ ਵਿੱਚ ਬਹੁਤ ਝੂਰਦਾ, ਪਛਤਾਉਂਦਾ ਹੈ, ਸਹਿ ਸ਼ੋਕ ਮੈਂ ਲੋਕਨ ਸੋ ਪਰ ਤਰਾਹੀ ਬੜਾ ਦੁਖੀ ਹੋ ਕੇ ਲੋਕਾਂ ਨੂੰ ਇਹ ਗੱਲਾਂ ਕਹਿੰਦਾ ਹੈ। ਬਹੁ ਨਕ ਵੇਖੀ ਅਨੇਕ ਗੁਨਾਰ ਬਹੁਤ ਨੇਕ, ਬੜਾ ਨੇਕ ਸੀ ਜਿਹੜਾ ਮੇਰਾ ਮੋਦੀ ਨਾਨਕ, ਵਿਵੇਕੀ, ਬੜਾ ਗਿਆਨਵਾਨ ਸੀ ਔਰ ਅਨੇਕਾਂ ਗੁਣਾਂ ਦੇ ਸਹਿਤ ਸੀ। ਆਪਨ ਏਕ ਬਲੋਕਨ ਨਾਹੀ ਕੋਈ ਇੱਕ ਵੀ ਔਗਣ ਉਹਨਾਂ ਵਿੱਚ ਦੇਖਿਆ ਨਹੀਂ ਕਦੇ, ਤਨ ਸੁੰਦਰ ਕੋਮਲਤਾ ਜਨ ਮੰਦਰ ਔਰ ਤਨ ਉਹਨਾਂ ਦਾ ਇੰਨਾ ਸੁੰਦਰ ਹੈ, ਇੰਨੀ ਉਹਨਾਂ ਦੇ ਤਨ ਦੀ ਕੋਮਲਤਾ ਹੈ, ਜਾਣੀ ਉਹ ਸੁੱਖਾਂ ਦੇ ਹੀ ਘਰ ਹਨ। ਸੰਦਰ ਸੀ ਫਿਰ ਸਿਰਤੀ ਰਚਾਈ ਔਰ ਜਿਨ੍ਹਾਂ ਦੀ ਸਿਫਤ ਸਲਾਹ, ਜਿਨ੍ਹਾਂ ਦੀ ਮਹਿਮਾ, ਜਿਵੇਂ ਸੰਦਲ ਬੜਾ ਖੁਸ਼ਬੂਦਾਰ ਹੁੰਦਾ ਹੈ, ਇਉਂ ਉਹਨਾਂ ਦੀ ਖੁਸ਼ਬੂ ਦੇ ਵਾਂਗੂ ਮਹਿਮਾ ਫੈਲੀ ਹੋਈ ਹੈ। ਮੈਂ ਹੱਥ ਲਗੈ ਮੁਝ ਜਾਂ ਸਮ ਮੋਤੀ ਕੋ ਕਹਿਣ ਲੱਗਾ ਵੀ ਇਹੋ ਜਿਹਾ ਜਿਹੜਾ ਮੋਦੀ ਹੈ ਮੇਰੇ ਹੱਥ ਨਹੀਂ ਮੁੜ ਕੇ ਲੱਗੇਗਾ, ਮੈਨੂੰ ਨਹੀਂ ਇਹੋ ਜਿਹਾ ਨੇਕ ਮੋਦੀ ਮਿਲਣਾ, ਉਹ ਪਾਰ ਭਲੀ ਕਦ ਕੀਤੀ ਨਿਭਾਈ ਕਿਉਂਕਿ ਇਹਨਾਂ ਨੇ ਬੜੀ ਚੰਗੀ ਕਾਰ, ਬੜੀ ਚੰਗੀ ਕਿਰਤ ਮੇਰੇ ਮੋਦੀ ਖਾਨੇ ਦੀ ਚਲਾਈ। ਦੁਖਦਾ
ਬੜੇ ਹੀ ਦੁੱਖ ਦੇ ਵਿੱਚ ਦੁਖੀ ਹੋ ਕੇ ਜਿਤ ਜੈ ਰਾਮ ਮਨੋ ਬਿਦ ਸੂਮ ਗਵਾਏ। ਭਾਈ ਜੈ ਰਾਮ ਜੀ ਚਿੱਤ ਦੇ ਵਿੱਚ ਬੜੇ ਦੁਖੀ ਹੈ, ਬੜਾ ਦੁਖਦਾਈ ਇਹਨਾਂ ਦਾ ਸਾਧ ਸੰਗਤ ਜੀ ਮਨ ਬਿਰਤੀ ਬਣੀ ਹੋਈ ਹੈ। ਮਾਨੋ ਜਿਵੇਂ ਕਿਸੇ ਸੂਮ ਬੰਦੇ ਨੇ ਧਨ ਗਵਾ ਲਿਆ ਹੋਵੇ। ਧਰਮ ਮੂਰਤ ਜਿਉ ਕਰਨਾ ਰਸ ਝੂਰਤ। ਕਿਉਂ ਸਾਧ ਸੰਗਤ ਜੀ ਮੂਰਤੀ ਜੇ ਬਣਿਆ, ਬੁੱਤ ਜਾ ਬਣਿਆ ਖੜਾ ਹੈ ਤੇ ਮਨ ਦੇ ਵਿੱਚ ਬਹੁਤ ਕਰੁਣਾ, ਬੜਾ ਦੁੱਖ ਧਾਰਨ ਕੀਤਾ ਹੋਇਆ, ਬੜਾ ਝੂਰਦਾ ਹੈ। ਅੰਬਜ ਮੈਂ ਅੰਬ ਛਾਏ। ਇਹਦੇ ਜਿਹੜੇ ਕਮਲਾਂ ਵਰਗੇ ਨੇਤਰ ਹੈ ਉਹਨਾਂ ਦੇ ਵਿੱਚ ਜਲ ਛਾਇਆ, ਹੰਝੂ ਵਗ ਰਹੇ ਹਨ। ਧੁਨ ਸੀਸ ਕਈ ਜਗਦੀਸ਼ਵਰ ਕਿਆ ਬਿਦ। ਉਸ ਵੇਲੇ ਸਿਰ ਨੂੰ ਧੁਣ ਕੇ, ਸਿਰ ਨੂੰ ਇਹ ਨਾਹ ਜੀ ਦੇ ਵਿੱਚ ਹਿਲਾ ਕੇ, ਸਿਰ ਨੂੰ ਝਟਕਾ ਕੇ ਕਹਿਣ ਲੱਗਾ ਕਿ ਇਹ ਪ੍ਰਮਾਤਮਾ ਦਾ ਕਿਹੜਾ ਤਰੀਕਾ ਹੈ। ਹੋਏ ਨਾ ਜੀਸ ਹੋਏ ਉਪਾਏ। ਰੱਬ ਨੇ ਆ ਕੀ ਭਾਣਾ ਵਰਤਾ ਦਿੱਤਾ, ਮੈਨੂੰ ਤਾਂ ਹੁਣ ਕੋਈ ਉਪਾਅ ਨਹੀਂ ਸੁਝਦਾ। ਜਲ ਕੀ ਕਦ ਜੇਠ ਬਾਸੁਰ ਮਾਏ। ਸੋ ਇਸ ਪ੍ਰਕਾਰ ਜਲ ਦੇ ਵਿੱਚ ਸਾਧ ਸੰਗਤ ਜੀ ਜੇਸ਼ਟ ਵਾਸਰ ਮਾਹੇ ਸਾਰਾ ਦਿਨ ਲੋਕ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਭਾਲ ਟੋਲ ਕਰਦੇ ਰਹੇ ਹੈ। ਥੋੜ੍ਹੇ ਪਾਣੀ ਦੇ ਵਿੱਚ ਜਿਵੇਂ ਸਾਧ ਸੰਗਤ ਜੀ ਇੱਕ ਮੱਛੀ ਉਹ ਜੇਠ ਦੇ ਮਹੀਨੇ ਦੇ ਵਿੱਚ ਵਿਸਾਰਨ ਕੀ ਕਦ ਜਿਉ ਦੁਖ ਪਾਏ। ਥੋੜਾ ਪਾਣੀ ਹੋਵੇ ਤੇ ਮੱਛੀ ਜਿਹੜੀ ਸਾਧ ਸੰਗਤ ਜੀ ਉਹ ਜਲ ਨੂੰ ਵੀ ਛੱਡ ਦੇਵੇ ਤੇ ਉਹ ਜਿਵੇਂ ਤੜਫਦੀ ਆ, ਇਸ ਤਰ੍ਹਾਂ ਜੈ ਰਾਮ ਜੀ ਦੇ ਮਨ ਦੀ ਤੜਪਣਾ ਹੈ। ਕੋਕਨ ਕੋਪ ਕਲਾਜ ਪੁੰਜ। ਸੋ ਇਸ ਪ੍ਰਕਾਰ ਸਾਧ ਸੰਗਤ ਜੀ ਜਿਵੇਂ ਚੱਕਵੀ ਚੱਕਵੇ ਤੇ ਕਮਲ ਆਦਿਕ ਸਾਰੇ ਦਿਵਾਕਰ ਕੋਈ ਦਿਨ ਜਿਉ ਅਬਲਾਈ। ਜਿਵੇਂ ਦਿਵਾਕਰ ਤੋਂ ਬਿਨਾ ਦਿਨ ਦੇ ਦੇਵਤੇ, ਦਿਨ ਦੇ ਮਾਲਕ ਸੂਰਜ ਤੋਂ ਬਿਨਾ ਜਿਵੇਂ ਸਾਰੇ ਉਕਲਾ ਜਾਂਦੇ ਹਨ। ਕਾਨਨ ਪੈਰ ਕੋਕ ਕਦੰਬ। ਇਸੇ ਤਰ੍ਹਾਂ ਸਾਧ ਸੰਗਤ ਜੀ ਜਿਵੇਂ ਕਾਨਨ ਜੰਗਲ ਤੇ ਜੰਗਲਾਂ ਦੇ ਵਿੱਚ ਜਿਹੜੇ ਸਾਧ ਸੰਗਤੀ ਕਵੀਆਂ ਫੁੱਲ ਖਿੜਦੇ ਆ, ਤੇ ਇਸੇ ਤਰ੍ਹਾਂ ਚਕੋਰ ਆਦਿਕ ਸਾਰੇ। ਕਲਾਨਹੀਨ ਕਾਂ ਬੇਸਾਏ। ਸੋ ਇਸ ਪ੍ਰਕਾਰ ਜਿਹੜੇ ਸਾਧ ਸੰਗਤ ਜੀ ਇਹ ਚੰਦਰਮਾ ਤੋਂ ਬਿਨਾ ਜਿਹੜੇ ਇਹ ਸਾਰੇ ਕਹਿੰਦੇ ਜਿਵੇਂ ਇਹਨਾਂ ਦੀ ਹਾਲਤ ਹੁੰਦੀ ਹੈ। ਲੋਕ ਕੇਕ ਜਿਨੇਕ ਅਨੇਕ। ਸੋ ਇਸੇ ਤਰ੍ਹਾਂ ਹੀ ਜਿਹੜੇ ਸਾਧ ਸੰਗਤ ਜੀ ਪਪੀਹੇ ਆ, ਮੋਰ ਹੈ ਤੇ ਡੱਡੂ ਹਨ, ਬਲਾਕ ਕੇ ਜਨ ਨਾ ਹਰ ਖਾਏ। ਉਹ ਬੱਦਲਾਂ ਤੋਂ ਬਿਨਾ ਕਦੇ ਖੁਸ਼ ਨਹੀਂ ਹੁੰਦੇ। ਸ੍ਰੀ ਗੁਰ ਕੀ ਗਲ ਹੈ ਸੁਗਲ ਕੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਐਸੀ ਦਸ਼ਾ ਨੂੰ ਦੇਖ ਕਰਕੇ ਉਹਦੇ ਪ੍ਰੀਤ ਮਧੁਰੋਂ ਸੁਖ ਪਾਏ। ਜਿਹੜੇ ਉਹਨਾਂ ਦੇ ਪਿਆਰੇ ਸਿੱਖ ਉਹਨਾਂ ਨੂੰ ਪ੍ਰੇਮ ਕਰਨ ਵਾਲੇ ਆ, ਉਹਨਾਂ ਦੀ ਵੀ ਹਾਲਤ ਇਸ ਤਰ੍ਹਾਂ ਦੀ ਹੋਈ ਹੈ। ਨਾਨਕ ਏਕ ਰਹੀ ਔਰ ਮੈਂ ਤੇਰਾ। ਇੱਧਰ ਬਾਕੀ ਤਾਂ ਸਾਰੇ ਵਿਆਕੁਲ ਹੋਏ ਆ, ਦੁਖੀ ਹੋਏ ਆ, ਪਰ ਸਿਰਫ ਭੈਣ ਨਾਨਕੀ ਜਿਨ੍ਹਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਉੱਤੇ ਸ਼ਰਧਾ ਹੈ ਕਿ ਉਹ ਗੁਰੂ ਪਰਮੇਸ਼ਰ ਹਨ, ਪਰਮਾਤਮਾ ਦਾ ਰੂਪ ਹਨ, ਉਹ ਕਹਿੰਦੇ ਆਪਣੇ ਹਿਰਦੇ ਦੇ ਵਿੱਚ ਸਥਿਤ ਹੈ, ਉਹਨਾਂ ਦਾ ਮਨ ਟਿਕਾ ਵਿੱਚ ਹੈ ਇਕੱਲਿਆਂ ਦਾ। ਔਰਨ ਦੀ ਸਰਨਾ ਪਰਮਾਈ। ਬਾਕੀਆਂ ਦੇ ਵਾਂਗੂ ਭੈਣ ਨਾਨਕੀ ਭਰਮ ਭੁਲੇਖੇ ਵਿੱਚ ਨਾ ਪਈ, ਸੋਦਰ ਈਸ਼ਰ ਕੋ ਅਵਤਾਰ। ਕਿਉਂਕਿ ਜਾਣਦੀ ਹੈ ਕਿ ਮੇਰਾ ਭਰਾ ਪਰਮਾਤਮਾ ਦਾ ਅਵਤਾਰ ਹੈ। ਕਰੇ ਨਰ ਫੇਰ ਅਕੇਲ ਸੁਦਾਈ। ਸੋ ਤਾਂ ਮਨੁੱਖਾ ਜਨਮ ਦੇ ਵਿੱਚ ਆ ਕੇ ਇਹ ਇਸ ਤਰ੍ਹਾਂ ਦੀਆਂ ਖੇਡਾਂ ਕਰ ਰਿਹਾ ਹੈ। ਸੋ ਆਪ ਤਾਂ ਉਹ ਸਦਾ ਹੀ ਅਟਲ ਹੈ। ਕੰਤ ਕੇ ਸੰਗ ਗਿਰਾ ਉਤਰੀ। ਫਿਰ ਆਪਣੇ ਕੰਤ ਆਪਣੇ ਪਤੀ ਜੈ ਰਾਮ ਜੀ ਨੂੰ ਆਖਿਆ, ਔਰ ਧੀਰ ਤਰ ਕਰਿਆ ਤੁਰਤਾਈ। ਕਹਿਣ ਲੱਗੀ ਹਿਰਦੇ ਦੇ ਵਿੱਚ ਹੌਸਲਾ ਧਾਰਨ ਕਰੋ, ਆ ਜਿਹੜੀ ਤੁਹਾਡੇ ਮਨ ਦੀ ਆਤੁਰਤਾਈ ਹੈ, ਬੇਬਲਤਾ ਹੈ, ਇਹਨੂੰ ਤਿਆਗ ਦਿਓ, ਛੱਡ ਦਿਓ। ਬਾਸੁਰ ਨਾਈ ਦਥਾ ਗ੍ਰਸ ਰਾਵ। ਕਹਿੰਦੇ ਜਿਵੇਂ ਦਿਨ ਦੇ ਵੇਲੇ ਜਿਹੜਾ ਨਾਹੇ ਦਿਨ ਦਾ ਪਤੀ ਭਾਵ ਸੂਰਜ ਹੈ, ਉਹਨੂੰ ਕਹਿੰਦੇ ਜਿਹੜਾ ਰਾਹੂ ਗ੍ਰਹਿ ਹੈ ਕਈ ਵਾਰ ਗ੍ਰਸ ਲੈਂਦਾ, ਉਹਦੇ ਉੱਪਰ ਆ ਜਾਂਦਾ, ਦਿਖਾਈ ਦੇਣੋਂ ਹਟ ਜਾਂਦਾ ਸੂਰਜ। ਕਹਿੰਦੇ ਉਸੇ ਤਰ੍ਹਾਂ ਇਹ ਸਮੇਂ ਦਾ ਹੀ ਹੇਰ ਫੇਰ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹ ਕੋਈ ਐਸੀ ਵਿਧੀ ਵਰਤਾਈ ਹੈ,
ਉਹ ਅਲੋਪ ਹੋਏ ਆ ਤੇ ਫਿਰ ਪ੍ਰਗਟ ਹੋ ਜਾਣਗੇ। ਸੁਣ ਕਾਨ ਜੈ ਨਾਮ ਭਲੇ ਬਚਨਾ। ਆਪਣੇ ਕੰਨੀ ਇਹ ਬਚਨ ਆਪਣੀ ਪਤਨੀ ਨਾਨਕੀ ਦੇ ਸੁਣ ਕੇ ਜੈ ਰਾਮ ਜੀ ਨੇ ਆਖਿਆ। ਜਲ ਜਾਤ ਗਗਨ ਤੇ ਜਲ ਜਾਤਾ। ਜਿਨ੍ਹਾਂ ਦੇ ਨੇਤਰਾਂ ਤੋਂ ਬਹੁਤ ਪਾਣੀ ਵਹਿ ਰਿਹਾ ਕਹਿਣ ਲੱਗੇ। ਬਹੁ ਜਾਲ ਪ੍ਰਸਾਦ ਪੈ ਬਾਰ ਨਿਹਾਰਨ। ਕਹਿੰਦੇ ਬਹੁਤ ਵੱਡੇ ਵੱਡੇ ਜਾਲ ਸੁੱਟ ਕੇ ਨਦੀ ਦੇ ਵਿੱਚ, ਤੇ ਕਹਿੰਦੇ ਅਸੀਂ ਵਾਰੀ ਪਾਣੀ ਨੂੰ ਦੇਖਿਆ ਚੰਗੀ ਤਰ੍ਹਾਂ। ਕੇਵਟ ਬੀਜ ਭਰੇ ਨਿਰਵਾਤਾ। ਔਰ ਵੱਡੇ ਵੱਡੇ ਮਲਾਹ ਗੋਤਾਖੋਰ ਉਹ ਵੀ ਕਹਿੰਦੇ ਜਲ ਦੇ ਵਿੱਚ ਮਿਲੇ ਆ, ਮਿਲ ਕੇ ਉਹਨਾਂ ਨੇ ਗੱਲਾਂ ਬਾਤਾਂ ਕੀਤੀਆਂ। ਖੱਚਕ ਬ੍ਰਿੰਦ ਫਸੇ ਨਿਕਸੇ। ਹਾਂ, ਪਾਣੀ ਦੇ ਵਿੱਚ ਜਦੋਂ ਜਾਲ ਸੁੱਟਿਆ ਗਿਆ ਉਹਦੇ ਵਿੱਚ ਜਿਹੜੇ ਮੱਛ ਕੱਛੂ ਕੁੰਮੇ ਆਦਿਕ ਉਹ ਤਾਂ ਬਹੁਤ ਫਸ ਗਏ। ਸਭ ਖੋਜ ਲਗੇ ਨੇ ਪਾਵਤ ਗਿਆਤਾ। ਪਰ ਸਤਿਗੁਰੂ ਨਾਨਕ ਦੇਵ ਮਹਾਰਾਜ ਨੂੰ ਖੋਜਦੇ ਰਹੇ, ਉਹ ਜਾਲ ਵਿੱਚ ਵੀ ਨਹੀਂ ਫਸੇ। ਕਹਿੰਦੇ ਕਿਸੇ ਨੂੰ ਕੋਈ ਗਿਆਨ ਨਹੀਂ ਇਸ ਬਾਰੇ, ਕਿਸੇ ਨੂੰ ਜਾਣਕਾਰੀ ਨਹੀਂ ਕਿੱਧਰ ਗਏ। ਰਾਏ ਵਾਹਿਗੁਰੂ ਜਿਹੜਾ ਇੱਥੋਂ ਦਾ ਸੁਲਤਾਨਪੁਰ ਦਾ ਰਾਜਾ ਨਵਾਬ ਦੌਲਤ ਖਾਂ, ਉਹਦੇ ਸਮੇਤ ਕਹਿੰਦੇ ਸਾਰੇ ਲੋਕ ਨਿਰਾਸ਼ ਤੁਰੇ ਫਿਰਦੇ ਹਨ, ਪਛਤਾਉਂਦੇ ਹਨ। ਬਹੁਤ ਉਪਾਅ ਕੀਤੇ, ਬੜੇ ਯਤਨ ਕੀਤੇ, ਪਰ ਸਤਿਗੁਰੂ ਨਾਨਕ ਦੇਵ ਜੀ ਨਾਲ ਲੱਭੇ। ਸੋ ਇਸ ਪ੍ਰਕਾਰ ਇੱਧਰ ਸਤਿਗੁਰੂ ਨਾਨਕ ਦੇਵ ਜੀ ਦੇ ਮਹਿਲ ਬੀਬੀ ਸੁਲੱਖਣੀ ਜੀ, ਉਹਨਾਂ ਨੂੰ ਜਦੋਂ ਇਹ ਖਬਰ ਮਿਲੀ ਉਹ ਬਹੁਤ ਰੁਦਨ ਕਰਦੇ ਆ, ਰੋਣ ਲੱਗੇ ਕਿ ਮੇਰਾ ਪਤੀ ਜਿਹੜਾ ਮੈਨੂੰ ਨਿਮਾਣੀ ਨਤਾਣੀ ਇਕੱਲੀ ਛੱਡ ਕੇ ਚਲਿਆ ਗਿਆ। ਜਿਵੇਂ ਆਪਣੀ ਪੰਗਤੀ ਡਾਰ ਦੇ ਵਿੱਚੋਂ ਵਿਛੜੀ ਹੋਈ ਕਰਲਾਉਂਦੀ ਹੈ, ਜਿਵੇਂ ਕੂੰਜ ਨੂੰ ਬਹੁਤ ਦੁੱਖ ਹੁੰਦਾ ਨਾ ਡਾਰ ਦੇ ਵਿੱਚੋਂ ਵਿਛੜ ਕੇ, ਇਵੇਂ ਮਾਤਾ ਸੁਲੱਖਣੀ ਨੂੰ ਬਹੁਤ ਦੁੱਖ ਹੋਇਆ ਆਪਣੇ ਪਤੀ ਦੇ ਵਿਛੋੜੇ ਦਾ। ਔਰ ਇਸ ਪ੍ਰਕਾਰ ਬਹੁਤ ਮਾਤਾ ਨੇ ਵਿਰਾਗ ਕੀਤਾ। ਇੱਥੇ ਕਵੀ ਜੀ ਲਿਖਦੇ ਆ ਵੀ ਕੇਸ ਉਖਾਰ ਸਿਰ ਦੇ ਕੇਸ ਪੱਟਦੀ ਹੈ ਤੇ ਤਾੜਤ ਹੈ ਔਰ ਛਾਤੀ ਤੇ ਹੱਥ ਮਾਰਦੀ ਹੈ। ਗਹਿਣੇ ਗੱਟੇ ਲਾ ਕੇ ਸੁੱਟ ਦਿੱਤੇ, ਹਾਰ ਆਦਿਕ ਪਰੇ ਸੁੱਟ ਦਿੱਤਾ। ਨੇਤਰਾਂ ਦੇ ਵਿੱਚੋਂ ਜਲ ਦੀਆਂ ਧਾਰਾਂ ਵਹਿ ਤੁਰੀਆਂ। ਤਨ ਦੀ ਕੋਈ ਸਾਂਭ ਸੰਭਾਲ ਨਾ ਰਹੀ, ਸਾਰੇ ਵਸਤਰ ਭਿੱਜ ਗਏ ਹੰਝੂਆਂ ਨਾਲ। ਕਹਿਣ ਲੱਗੀ, ਹੇ ਪਤੀ ਤੇਰੇ ਬਿਨਾ ਘਰ ਸੁੰਨਾ ਹੋ ਗਿਆ। ਜਿੱਥੇ ਬਹਿ ਕੇ ਹੱਟ ਸਾਹਿਬ ਦੇ ਉੱਤੇ ਤੁਸੀਂ ਦਾਨ ਕਰਦੇ ਸੀ ਉਹ ਜਗ੍ਹਾ ਵੀ ਉਦਾਸ ਹੋ ਗਈ। ਜਿਹੜੇ ਤੇਰੇ ਦਰ ਦੇ ਉੱਤੇ ਮੰਗਣ ਆਉਂਦੇ ਸੀ, ਹੁਣ ਕੌਣ ਇਹਨਾਂ ਨੂੰ ਦਾਨ ਦੇ ਕੇ ਤ੍ਰਿਪਤ ਕਰੇ। ਜਿਹੜੇ ਆ ਕੇ ਭਿਖਾਰੀ ਤੇਰੇ ਦਰ ਦੇ ਉੱਤੇ ਬਹੁਤੇ ਮੰਗਦੇ ਸਨ, ਤੁਸੀਂ ਕਿੱਥੇ ਚਲੇ ਗਏ ਬਿਨਾਂ ਕੋਈ ਖਬਰਸਾਰ ਦੱਸਿਆ। ਹਾਂ, ਕਾਰਨ ਜਿਹੜਾ ਮੌਤ ਦਾ ਉਹ ਤਾਂ ਕਹਿੰਦੇ ਹਲੇ ਤੱਕ ਕੋਈ ਨਹੀਂ ਸੀ, ਨਾ ਤੁਸੀਂ ਬਿਮਾਰ ਸੀ ਨਾ ਬਜ਼ੁਰਗ ਹੋਏ ਸੀ, ਤੇ ਫਿਰ ਵੀ ਤੁਸੀਂ ਮੈਨੂੰ ਛੱਡ ਕੇ ਕਿੱਥੇ ਚਲੇ ਗਏ। ਹੇ ਮੇਰੇ ਬੱਚਿਆਂ ਦੇ ਪਿਤਾ, ਤੇਰੇ ਬਿਨਾ ਮੇਰਾ ਕੋਈ ਆਸਰਾ ਨਹੀਂ। ਕਿਉਂ ਮਾਤਾ ਸੁਲੱਖਣੀ ਦੇ ਮਨ ਦੇ ਵਿੱਚ ਬਹੁਤ ਦੁੱਖ ਹੁੰਦਾ ਹੈ, ਧੀਰਜ ਹੌਸਲਾ ਜਿਹੜਾ ਦੂਰ ਹੋ ਰਿਹਾ ਹੈ। ਇਸ ਪ੍ਰਕਾਰ ਬਹੁਤ ਦੁੱਖ ਮਨਾਉਂਦਿਆਂ ਹੋਇਆਂ ਮਾਤਾ ਸੁਲੱਖਣੀ ਜੀ ਬਹੁਤ ਵਿਲਾਪ ਕਰਦੇ, ਕੂਕਾਂ ਪੁਕਾਰਾਂ ਕਰਦੇ ਰੋਂਦੇ ਹਨ। ਪਰ ਨਾਲ ਦੀ ਨਾਲ ਦੇਖਦੇ ਆ ਵੀ ਮੇਰੇ ਜਿਹੜੇ ਖੱਬੇ ਅੰਗ ਉਹ ਫਰਕ ਰਹੇ ਹਨ, ਇਹ ਸ਼ੁਭ ਸ਼ਗਨ ਹੈ। ਇਹ ਕਾਰਨ ਕੀ ਬਣਿਆ, ਇਹ ਵਿਚਾਰ ਮਨ ਵਿੱਚ ਨਹੀਂ ਆ ਰਹੀ। ਲੋਕ ਸਾਰੇ ਹੀ ਉਹਨਾਂ ਨੂੰ ਦੇਖ ਦੇਖ ਕੇ ਆ ਗਏ ਹਨ। ਸਾਰੇ ਕਹਿੰਦੇ ਆ ਵੀ ਉਹ ਤਾਂ ਜਲ ਦੇ ਵਿੱਚ ਡੁੱਬ ਗਏ ਆ, ਕਿਸੇ ਨੂੰ ਦਿਖਾਈ ਨਹੀਂ ਦਿੱਤੇ। ਸਾਰੇ ਹੀ ਇਸ ਪ੍ਰਕਾਰ ਚੁੱਪਚਾਪ ਜੇ ਹੋ ਗਏ ਆ। ਤੇ ਇਸ ਪ੍ਰਕਾਰ ਘਰ ਦੇ ਵਿੱਚ ਕੌਣ ਸੁੱਖਾਂ ਦੀ ਬਖਸ਼ਿਸ਼ ਕਰੇਗਾ, ਕੌਣ ਆ ਕੇ ਮੈਨੂੰ ਇਹ ਖਬਰ ਦੇਵੇ, ਕੌਣ ਇਹ ਜਿਹੜਾ ਮੇਰੇ ਮਨ ਦਾ ਭਰਮ ਨਿਵਰਤ ਕਰੇ ਵੀ ਕਿੱਥੇ ਗਏ। ਜਦੋਂ ਚਾਰੇ ਪਾਸਿਆਂ ਤੋਂ ਇਹ ਗਮ ਦਾ ਸ਼ੋਰ ਸੁਣਿਆ, ਫਿਰ ਮਾਤਾ ਸੁਲੱਖਣੀ ਨੇ ਫਿਰ ਧੀਰਜ ਹੌਸਲਾ ਛੱਡ ਦਿੱਤਾ
ਤੇ ਛਾਤੀ ਜਿਹੜੀ ਹੈ ਉਹ ਭਰ ਆਈ ਦੁੱਖ ਦੇ ਨਾਲ। ਨਾਨਕੀ ਹੇਤ ਦਸ਼ਾ ਸਭ ਕੀ। ਜਦੋਂ ਸਾਰੇ ਹੀ ਰੋਣ ਕਰਲਾਉਣ ਲੱਗ ਪਏ ਤੇ ਸਾਧ ਸੰਗਤ ਜੀ ਐਸੀ ਦਸ਼ਾ ਐਸੀ ਹਾਲਤ ਜਦੋਂ ਭੈਣ ਨਾਨਕੀ ਨੇ ਸਾਰਿਆਂ ਦੀ ਦੇਖੀ। ਉਹਦੇ ਦਾਸੀ ਔਰ ਦਾਤੇ ਆਨ ਸੰਗਾਤੀ। ਸੋ ਭੈਣ ਨਾਨਕੀ ਸਾਧ ਸੰਗਤ ਜੀ ਜਦੋਂ ਉਹਨੇ ਦੇਖਿਆ ਵੀ ਸਾਰੇ ਦਾਸ ਦਾਸੀਆਂ ਇਤਿਆਦਿਕ ਸੋ ਸਾਰੇ ਹੀ ਇਹ ਬੜਾ ਰੁਦਨ ਕਰ ਰਹੇ ਹਨ ਕੰਤ ਪਿਤਾ ਪਨ ਕੰਤ ਬਸੂਰਤ। ਤੇ ਆਪਣੇ ਜਿਹੜੇ ਸਹੁਰੇ ਹਨ ਕੰਤ ਦੇ ਪਿਤਾ ਭਾਈ ਪਰਮਾਨੰਦ ਜੀ ਤੇ ਪੁੰਨ ਕੰਤ ਜਿਹੜਾ ਇਹਨਾਂ ਦਾ ਕੰਤ ਪਤੀ ਜੈ ਰਾਮ ਜੀ ਹੈ, ਇਹ ਸਾਰੇ ਝੂਰਦੇ ਹਨ। ਸੋਦਰ ਕੀ ਤਰਨੀ ਤਰਨੀ ਬਗਲਾਤੀ। ਤੇ ਇਹ ਦੇਖਿਆ ਕਿ ਮੇਰੇ ਭਰਾ ਦੀ ਜਿਹੜੀ ਘਰਵਾਲੀ ਆ ਉਹ ਵੀ ਵਿਰਲਾਪ ਕਰ ਰਹੀ ਹੈ। ਮਾਹੀ ਗਏ ਸੋ ਪ੍ਰਬੋਧਤ ਪੀ। ਉਸ ਵੇਲੇ ਇਹਨਾਂ ਦੀਆਂ ਬਾਹਾਂ ਫੜ ਫੜ ਕੇ ਗਿਆਨ ਦੇਣ ਲੱਗੀ ਭੈਣ ਨਾਨਕੀ। ਸੁਮਤ ਤਜ ਸ਼ੋਕ ਸੁਨੋ ਮਮ ਬਾਤੀ। ਕਹਿਣ ਲੱਗੀ ਸੁਲੱਖਣੀਏ ਮੇਰੀਏ ਭਰਜਾਈਏ ਵੱਡੀ ਮੱਤ ਵਾਲੀਏ, ਕਹਿੰਦੀ ਤੂੰ ਸ਼ੋਕ ਨੂੰ ਛੱਡ ਦੁੱਖ ਨੂੰ ਛੱਡ ਮੇਰੀ ਗੱਲ ਸੁਣ। ਗਰਭਵਤੀ ਤੁਧ ਦੇ ਅਵਹਿ। ਤੇਰੀ ਜਿਹੜੀ ਦੇਹੀ ਹੈ ਉਹ ਇਸ ਵੇਲੇ ਗਰਭਵਤੀ ਹੈ, ਬੱਚੇ ਨੂੰ ਜਨਮ ਦੇਣ ਵਾਲੀ ਹੈ ਤੂੰ। ਬਹੁ ਸੰਕਟ ਦੇਨ ਜੋਗ ਰਖੀਜੈ। ਤੇ ਆਪਣੇ ਸਰੀਰ ਨੂੰ ਇੰਨਾ ਸੰਕਟ ਦੇਣਾ ਕਸ਼ਟ ਦੇਣਾ ਇਹ ਯੋਗ ਨਹੀਂ ਤੇਰੇ ਵਾਸਤੇ। ਭੇਦ ਕਛੂ ਨੇ ਜਾਣਤ ਤਾਹੀਂ ਕੋ। ਸੋ ਉਹਨਾਂ ਦਾ ਮੇਰੇ ਭਰਾ ਦਾ ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਕੋਈ ਭੇਦ ਨਹੀਂ ਜਾਣ ਸਕਦਾ। ਬਾਦੀ ਸ਼ੋਕ ਔ ਚਿੰਤ ਕਰੀਜੈ। ਐਵੇਂ ਤੁਸੀਂ ਸਾਰੇ ਬਿਨਾਂ ਗੱਲ ਤੋਂ ਵਿਅਰਥ ਹੀ ਗਮ ਮਨਾ ਰਹੇ ਹੋ, ਦੁੱਖ ਮਨਾ ਰਹੇ ਹੋ, ਚਿੰਤਾ ਵਿੱਚ ਗਰਸੇ ਪਏ ਹੋ। ਆਓ ਪਤਿ ਆਏ ਮਿਲੈ ਨਿਸ਼ਚੈ ਕਰ। ਤੁਹਾਡਾ ਪਤੀ ਮੇਰਾ ਭਰਾ ਸਤਿਗੁਰੂ ਨਾਨਕ ਨਿਸ਼ਚੈ ਹੀ ਯਕੀਨਨ ਆ ਕੇ ਮਿਲੇਗਾ ਆਪਾਂ ਨੂੰ। ਸੀਲ ਜੋ ਮੇਰੀ ਹਿਰਦੈ ਦ੍ਰਿੜ ਕਰੀਜੈ। ਇਹ ਜਿਹੜੀ ਮੇਰੀ ਸਿੱਖਿਆ ਇਹ ਆਪਣੇ ਦਿਲ ਵਿੱਚ ਪੱਕੀ ਕਰ ਲਓ। ਤੀਨ ਦਿਨੈ ਲਗ ਹੇ ਸੋ ਕੁਮਾਰ। ਸੋ ਇਸ ਪ੍ਰਕਾਰ 3 ਦਿਨਾਂ ਤੱਕ ਉਤਾਰਨ ਹਾਰ ਸ਼ਿੰਗਾਰ ਮਨੀਜੈ। ਕਹਿਣ ਲੱਗੀ ਆਪਣਾ ਜਿਹੜਾ ਹਾਰ ਸ਼ਿੰਗਾਰ ਹੈ ਕਹਿੰਦੀ ਇਹਨੂੰ ਲਾ ਨਾ ਉਤਾਰ ਨਾ ਮੇਰੀ ਗੱਲ ਮੰਨ ਲੈ। ਇਹ ਦਸਮੇਟ ਕੇ ਸੀਸੋ ਦੇਖ ਹੈ। ਕਿਉਂ ਬੜੇ ਪਿਆਰ ਦੇ ਨਾਲ ਭੈਣ ਨਾਨਕੀ ਸਿੱਖਿਆ ਦਿੰਦੀ ਹੈ ਨਾਨਕੀ ਏਕ ਸਬੈ ਪਰਿਵਾਰ। ਸਾਰੇ ਪਰਿਵਾਰ ਨੂੰ ਦੇਖ ਦੇਖ ਕੇ। ਏਕਤ ਕਾਲ ਸੁਨੈ ਚੁਪ ਹੈ ਕਰ। ਉਹ ਕਿੰਨਾ ਸਮਾਂ ਸਾਰੇ ਚੁੱਪ ਕਰਕੇ ਸੁਣਦੇ ਰਹੇ। ਇਹ ਬਚਨਾ ਅਤ ਕੇ ਸੁਖ ਕਾਲ। ਜਿਹੜੇ ਵਚਨ ਭੈਣ ਨਾਨਕੀ ਦੇ ਬੜੇ ਸੁੱਖ ਦੇਣ ਵਾਲੇ ਹਨ। ਔਰਤ ਦੇਦ ਸਲੋਨੀ ਜਤਾਰਕ। ਫਿਰ ਇਹਨੇ ਸੋਹਣੇ ਨੇਤਰਾਂ ਵਾਲੀ ਆਪਣੀ ਭਰਜਾਈ ਦੀ ਮੂਰਤੀ ਨੂੰ ਦੇਖ ਕੇ ਸ਼ੋਰ ਉਠੈ ਕਪਾਲ ਕਪਾਲ। ਦੇਖਿਆ ਕਿ ਉਹਨਾਂ ਦੇ ਮਨ ਵਿੱਚ ਫਿਰ ਦੁਬਾਰਾ ਤੋਂ ਇੱਕ ਵਾਰੀ ਬੜਾ ਦੁੱਖ ਪੈਦਾ ਹੋਇਆ। ਦੁੱਖ ਦੇ ਵਿੱਚ ਉਹਨਾਂ ਨੇ ਬੜੀਆਂ ਧਾਹਾਂ ਮਾਰੀਆਂ। ਸੋ ਕਲੇਜਾ ਹਿਲਾ ਦੇਣ ਵਾਲਾ ਉਹਨਾਂ ਦਾ ਜਿਹੜਾ ਸਾਧ ਸੰਗਤ ਜੀ ਰੁਦਨ ਸੁਣਿਆ ਭੈਣ ਨੇ। ਜੋ ਗੁਰ ਮੈਂ ਸੁਨੈ ਸਰੋਣ ਬਿਕੈ। ਜਿਨ੍ਹਾਂ ਜਿਨ੍ਹਾਂ ਨੇ ਨਗਰ ਦੇ ਲੋਕਾਂ ਨੇ ਸੁਣਿਆ ਕੰਨਾਂ ਦੇ ਵਿੱਚ ਇਹ ਆਵਾਜ਼ ਪਈ ਰੋਣ ਦੀ। ਸੋ ਰੋਏ ਉਠੈ ਕਨ ਸੋ ਗੁਣ ਭਾਗ ਭਾਗ ਵਿਚਾਰ। ਸੋ ਉਹ ਸਾਰੇ ਜਿਹੜੇ ਲੋਕ ਹੈ ਉਹ ਵੀ ਰੋ ਉੱਠੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਸ਼ੁਭ ਗੁਣਾਂ ਨੂੰ ਚੇਤੇ ਕਰਕੇ। ਇਹ ਰੂਪ ਮੀਤ ਹੋਤੇ ਸੋ ਰੋਤ ਹੈ। ਜਿੰਨੇ ਕੁ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਮਿੱਤਰ ਪਿਆਰੇ ਸਨ ਉਹ ਰੋਂਦੇ ਹਨ। ਆਪਨ ਪੈ ਮਿਲ ਬੈਸਤ ਦ੍ਰਿੰਦਾ। ਜਿਹੜੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਹੱਟ ਸਾਹਿਬ ਮੋਦੀਖਾਨੇ ਉੱਤੇ ਮਿਲ ਕੇ ਬਹਿੰਦੇ ਸਨ। ਕਉ ਭਵਾਨ ਅਵਾਸ ਵਿਖੈ ਕਹੈ। ਕਈ ਆਪਣੇ ਘਰਾਂ ਦੇ ਵਿੱਚ ਆ ਆ ਕੇ ਕਹਿੰਦੇ ਹਨ ਬੈਸ ਜੈ ਰਾਮ ਸੋ ਭਾਤ ਮੰਦਾ। ਭਾਈ ਜੈ ਰਾਮ ਜੀ ਨੂੰ ਆ ਕੇ ਕਹਿੰਦੇ ਆ ਵੀ ਇਹ ਬੜਾ ਮੰਦਾ ਕੰਮ ਹੋਇਆ, ਬਹੁਤ ਮਾੜੀ ਗੱਲ ਹੋਈ। ਕੈਸੇ ਜਾਣਕ ਰੀਤ ਬਣੀ। ਕਹਿੰਦੇ ਕਿਵੇਂ ਅਚਾਨਕ ਇਹੋ ਜੀ ਰੀਤੀ ਬਣ ਗਈ। ਇਸ਼ਨਾਨ ਕਰੈ ਨਿਤ ਭੇਜਨ ਨਿੰਦਾ। ਔਰ ਇਹ ਤਾਂ ਨਿੱਤਾ ਪ੍ਰਤੀ ਉੱਥੇ ਜਾ ਕੇ ਇਸ਼ਨਾਨ ਕਰਦੇ ਹੁੰਦੇ ਸਨ। ਜੇ ਬੋਲ ਨਾ ਹੱਥ ਲੱਗੀ ਬਾ। ਮੁੜ ਕੇ ਕਹਿੰਦੇ ਇਹਨਾਂ ਦੀ ਦੇਹੀ ਸਰੀਰ ਵੀ ਹੱਥ ਨਹੀਂ ਆਇਆ। ਕੀਨ ਉਪਾਇ ਮੈਂ ਠਾਂਡ ਦਰਿੰਦਾ। ਕਿਉਂਕਿ ਰਾਜੇ ਸਮੇਤ ਸਾਰਿਆਂ ਨੇ ਬਹੁਤ ਉਪਾਅ ਯਤਨ ਕਰਕੇ ਦੇਖ ਲਏ। ਅਸ ਪ੍ਰਕਾਰ ਸਭ ਮਾਨ ਕੈ। ਇਸ ਪ੍ਰਕਾਰ ਸਾਰਿਆਂ ਨੇ ਜਦੋਂ ਮੰਨ ਲਿਆ ਅਜਰਜ ਪੁਰ ਨਰ ਨਾਲ। ਬੜੀ ਹੈਰਾਨੀ ਜੀ ਮੰਨੀ ਸਾਰੇ ਜਿਹੜੇ ਮਰਦ ਔਰਤਾਂ ਨੇ ਮਨ ਵਿੱਚ। ਹੋਏ ਕਜਸੁ ਚਾਰਜੀ। ਕਈ ਤਾਂ ਸਤਿਗੁਰੂ ਜੀ ਦੀ ਮਹਿਮਾ ਉਚਾਰਨ ਕਰਦੇ ਹਨ। ਹੋਏ ਨਿੰਦੈ ਬਾਰ। ਕਈ ਜਿਹੜੇ ਮੂਰਖ ਆ ਉਹ ਸਤਿਗੁਰੂ ਜੀ ਦੀ ਨਿੰਦਿਆ ਕਰ ਰਹੇ ਹਨ। ਸੋਈਆ
ਪਰਰੋਰ ਪਰਾਗ ਸਮਾਦ ਹਿਰਦੈ। ਇਉਂ ਸਾਧ ਸੰਗਤ ਜੀ ਸਾਰੇ ਨਗਰ ਦੇ ਵਿੱਚ ਬੜਾ ਰੌਲਾ ਰੱਪਾ ਪੈ ਗਿਆ। ਸਾਰੇ ਬੜੇ ਹੈਰਾਨ ਹਨ ਤਨ ਖੋਜ ਰਹੇ ਕਿਤ ਹੱਥ ਨਾ ਆਇਓ। ਕਿ ਸਤਿਗੁਰੂ ਜੀ ਦਾ ਸਰੀਰ ਸਾਰਿਆਂ ਨੇ ਖੋਜ ਲਿਆ, ਜਾਲ ਵੀ ਪਾ ਕੇ ਦੇਖ ਲਏ, ਕਿਸੇ ਦੇ ਹੱਥ ਉਹਨਾਂ ਦਾ ਸਰੀਰ ਨਹੀਂ ਲੱਗਿਆ। ਨਰ ਨਿੰਦਕ ਜੀਨੈ ਨਿੰਦਕ ਭੇਦ ਕੋ। ਜਿਹੜੇ ਨਿੰਦਕ ਲੋਕ ਆ ਉਹ ਸਤਿਗੁਰੂ ਜੀ ਦੇ ਜਿਹੜੇ ਮਹਿਮਾ ਦਾ ਕੌਤਕਾਂ ਦਾ ਭੇਦ ਨਹੀਂ ਜਾਣਦੇ। ਤੰਦਕ ਮੋਹਿ ਜਿਨੈ ਤਰਸਾਇਓ। ਸੋ ਇਸ ਪ੍ਰਕਾਰ ਜਿਨ੍ਹਾਂ ਦਾ ਮਨ ਜਿਹੜਾ ਹੈ ਮੋਹ ਦੇ ਵਿੱਚ ਗਰਸਿਆ ਹੋਇਆ ਹੈ, ਮੁਖ ਬੈਨ ਕਲਾਏ ਸੁਨਾਏ ਕਹੈ। ਨਿੰਦਿਆ ਰੂਪੀ ਜਿਹੜਾ ਤੰਦੂਆ ਜਿਨ੍ਹਾਂ ਨੂੰ ਉਹਨੇ ਡੰਗਿਆ ਹੋਇਆ ਹੈ, ਐਸੇ ਜਿਹੜੇ ਲੋਕ ਹੈ ਉਹ ਆਪਣੇ ਮੂੰਹੋਂ ਇਹੋ ਜਿਹੀਆਂ ਗੱਲਾਂ ਸੁਣਾ ਸੁਣਾ ਕੇ ਕਹਿੰਦੇ ਹਨ। ਸੋ ਗਵਾਏ ਬਿਕਮ ਬਹਰੋ ਪਛਤਾਇਓ। ਕਹਿੰਦੇ ਧਨ ਬਹੁਤਾ ਗਵਾ ਲਿਆ ਸੀ ਮੋਦੀ ਨਾਨਕ ਨੇ, ਇਸ ਕਰਕੇ ਪਛਤਾਵੇ ਦੇ ਵਿੱਚ ਹੀ ਡੁੱਬ ਕੇ ਮਰ ਗਿਆ। ਜਲ ਡੂਬ ਗਇਓ ਨਿਜ ਪ੍ਰਾਣ ਆਇਓ। ਜਲ ਦੇ ਵਿੱਚ ਡੁੱਬ ਗਿਆ, ਆਪਣੇ ਪ੍ਰਾਣ ਦੇ ਤੇ ਆਤਮ ਹੱਤਿਆ ਕਰ ਲਈ। ਨਾ ਕਲੇਸ਼ ਪਇਓ ਮਨ ਜੋ ਸਮਝਾਇਓ। ਮਨ ਨੂੰ ਇਉਂ ਸਮਝਾ ਕੇ ਕਹਿੰਦੇ ਨਦੀ ਵਿੱਚ ਛਾਲ ਮਾਰ ਗਿਆ ਵੀ ਬਾਅਦ ਵਿੱਚ ਕੋਈ ਚਲੋ ਕਲੇਸ਼ ਨਾ ਪਵੇ, ਧਨ ਮੈਂ ਬਹੁਤਾ ਹੀ ਲੁਟਾ ਦਿੱਤਾ ਹੈ। ਟੋਟਾ ਲੋਭਿਕ ਰਾਟੈ ਕੇ ਡਰ। ਇਸ ਪ੍ਰਕਾਰ ਟੋਟਾ ਉਹਨਾਂ ਨੂੰ ਬਹੁਤ ਪੈ ਗਿਆ ਸੀ, ਇਸ ਡਰੋਂ ਹੀ ਨਾਨਕ ਕਿਉ ਤਕ ਤਕ ਕਰੀ ਰਤ। ਕਿ ਮੇਰੇ ਘਰ ਦੇ ਟੁਕੜੇ ਟੁਕੜੇ ਨਾ ਹੋ ਜਾਣ, ਘਰਦਿਆਂ ਦੇ ਉੱਤੇ ਕੋਈ ਗੱਲਬਾਤ ਨਾ ਆਵੇ, ਇਸ ਕਰਕੇ ਇਹ ਪਰਿਵਾਰ ਨੂੰ ਟੁੱਕ ਕੇ ਉਹਨਾਂ ਨੇ ਇਹ ਟੋਟ ਕੀਤੀ ਹੈ। ਤੌਰ ਫਿਰੇ ਤਟ ਆਓ ਕਟ ਘਾਟ। ਸੋ ਸਾਰੇ ਕਿਨਾਰੇ ਦੇ ਉੱਤੇ ਨਦੀ ਦੇ ਉਹਨਾਂ ਨੂੰ ਲੱਭਦੇ ਫਿਰਦੇ ਹਨ, ਗਿਓ ਕਤ ਬਾਗ ਨਾ ਜਾਣਤ ਕੋ ਗਤ। ਪਰ ਉਹ ਕਿਹੜੇ ਰਸਤੇ ਚਲੇ ਗਏ ਕਿਸੇ ਨੂੰ ਪਤਾ ਨਹੀਂ ਲੱਗਿਆ। ਕੋਟ ਗੜੀ ਚੜ੍ਹੈ ਹਟ ਹੈ। ਸੋ ਕਹਿੰਦੇ ਇਸ ਤਰ੍ਹਾਂ ਦੀਆਂ ਕਰੋੜਾਂ ਹੀ ਗਟੀਆਂ ਗਿਣਦੇ ਆ ਲੋਕ, ਕਰੋੜਾਂ ਗਿਣਤੀਆਂ ਗਿਣਦੇ ਹੋਏ ਹਟ ਸਾਹਿਬ ਕੋਲ ਪਹੁੰਚਦੇ ਹਨ। ਕਟਕਾਨ ਜੈ ਰਾਮ ਸੁਨੇ ਜਿਤਿਆਂ ਜੈ। ਸੋ ਇਸ ਪ੍ਰਕਾਰ ਦਿਲ ਦੇ ਵਿੱਚ ਜਿਹੜੀਆਂ ਇਹੋ ਜਿਹੀਆਂ ਗੱਲਾਂ ਜਿਹੜੀਆਂ ਲੋਕਾਂ ਦੇ ਕੋਲੋਂ ਜੈ ਰਾਮ ਜੀ ਨੇ ਸੁਣੀਆਂ, ਇਕ ਘਾਤ ਮੈਂ ਲੋ ਨ ਲਗਾਵਤ। ਇਹੋ ਜਿਹੇ ਜਿਹੜੇ ਲੋਕਾਂ ਦੇ ਵਚਨ ਹਨ, ਇੱਕ ਤਾਂ ਪਹਿਲਾ ਦੁੱਖ ਹੈ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਲੱਭ ਨਹੀਂ ਰਹੇ, ਤੇ ਦੂਜੇ ਜਿਹੜੇ ਲੋਕਾਂ ਦੇ ਜਿਹੜੇ ਇਹੋ ਜਿਹੇ ਬੋਲ ਕਬੋਲ ਹੈ ਉਹ ਸਾਧ ਸੰਗਤ ਜੀ ਇਉਂ ਲੱਗ ਰਹੇ ਹੈ ਜਿਵੇਂ ਕਿਸੇ ਜ਼ਖਮ ਦੇ ਉੱਤੇ ਲੂਣ ਛਿੜਕਿਆ ਹੋਵੇ। ਸੀਸ ਧਨੈ ਚਿਤ ਖੇਦ ਭਇਓ ਅਤ। ਸੋ ਇਸ ਪ੍ਰਕਾਰ ਲੋਕਾਂ ਦੀਆਂ ਗੱਲਾਂ ਸੁਣ ਰਹੇ ਹੈ, ਮਨ ਦੇ ਵਿੱਚ ਬਹੁਤ ਦੁੱਖ ਹੈ ਭਾਈ ਜੈ ਰਾਮ ਦੇ। ਰੋਜ ਫਕੀਰਨ ਕੋ ਜੋ ਖਵਾਵਤ। ਲੋਕ ਕਹਿੰਦੇ ਆ ਕਹਿੰਦੇ ਰੋਜ਼ ਐਵੇਂ ਫਕੀਰਾਂ ਨੂੰ ਖਵਾਈ ਜਾਂਦਾ ਸੀ। ਆਵਤ ਨਾਇ ਦਸਾਇਨ ਕਾਈ। ਉਹਦੇ ਕੋਲੇ ਕਹਿੰਦੇ ਕਿਹੜਾ ਕੋਈ ਰਸਾਇਣ ਸੀ ਵੀ ਜਿਹਦੇ ਨਾਲ ਉਹ ਸੋਨਾ ਪੈਦਾ ਕਰ ਲੈਂਦਾ ਤੇ ਘਾਟਾ ਪੂਰਾ ਕਰਦਾ। ਭੈ ਨਾ ਕਰਿਓ ਭਵ ਦਾਨੀ ਭਇਓ। ਕਹਿੰਦੇ ਪਹਿਲਾਂ ਤਾਂ ਕੋਈ ਭੈ ਨਹੀਂ ਮੰਨਿਆ, ਵੱਡਾ ਦਾਨੀ ਬਣਿਆ ਰਿਹਾ। ਮਨ ਭੋਗਤ ਭਾਰੀ ਜਿਉ ਭੂਰ ਰਟਾਈ। ਜਿਵੇਂ ਕੋਈ ਵੱਡਾ ਬਾਦਸ਼ਾਹ ਹੁੰਦਾ ਇਉਂ ਧਨ ਲੁਟਾਉਂਦਾ ਰਿਹਾ। ਗ੍ਰਾਮ ਕੋ ਰਾਜ ਨ ਕਾਜ ਵਿਆਜਪ। ਸੋ ਇਸ ਪ੍ਰਕਾਰ ਉਹ ਕਹਿੰਦੇ ਉਹਨਾਂ ਦਾ ਕਿਹੜਾ ਕੋਈ ਵਣਜ ਵਪਾਰ ਦਾ ਕੰਮ ਸੀ, ਤਕੜਾ ਸ਼ਾਹੂਕਾਰ ਸੀ ਜਾਂ ਨਗਰ ਦਾ ਰਾਜਾ ਸੀ। ਆਜ ਸੁਖੀ ਸੁਖੀ ਪ੍ਰਗਟਾਈ। ਉਹ ਈਰਖਾਲੂ ਲੋਕ ਕਹਿੰਦੇ ਅੱਜ ਦੇਖ ਲਿਆ ਉਹਦੀ ਪ੍ਰਭਤਾ, ਅੱਜ ਦੇਖ ਲਿਆ ਕਿੱਡਾ ਕੁ ਵੱਡਾ ਸੀ। ਆਨੰਦ ਨਿੰਦ ਬਕੈ ਬਿਨ ਬਿਦ। ਸੋ ਇਸ ਪ੍ਰਕਾਰ ਆਪੋ ਆਪਣੇ ਮੂੰਹਾਂ ਤੋਂ ਲੋਕ ਬਕਵਾਸ ਕਰਦੇ ਹਨ। ਮੁਕੰਦ ਕੋ ਭੇਦ ਰਖਿਓ ਨੈ ਜਾਈ। ਮੁਕਤੀ ਦੇ ਦਾਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਭੇਦ ਕਿਸੇ ਤੋਂ ਜਾਣਿਆ ਨਹੀਂ ਜਾਂਦਾ। ਦੋਹਰਾ ਨਗਰ ਨਰਨ ਪਰਵਾਰ ਪੁਨ। ਸਾਰੇ ਨਗਰ ਦੇ ਲੋਕ ਤੇ ਸਾਰਾ ਪਰਿਵਾਰ ਸਭੀ ਦਸ਼ਾ ਵਿਚਾਰ। ਸਾਰਿਆਂ ਦੀ ਹਾਲਤ ਨੂੰ ਦੇਖ ਵਿਚਾਰ ਕੇ ਦੁਖੇ ਰਹਿ ਮੈਂ ਨਾਨਕੀ। ਦੂਜੀ ਰਾਤ ਨੂੰ ਭੈਣ ਨਾਨਕੀ ਨੇ ਧਰਿਓ ਧਿਆਨ ਸੁਖ ਸਾਰ। ਸੁੱਖਾਂ ਦੇ ਦਾਤੇ ਸਤਿਗੁਰੂ ਨਾਨਕ ਦੇਵ ਜੀ ਦੇ ਚਰਨਾਂ ਦਾ ਧਿਆਨ ਧਰਿਆ। ਸਵਈਆ ਹੀ ਜਗਬੰਦ ਪ੍ਰਭੂ ਸੁਖ ਕੰਦ। ਇਹ ਜਗਤ ਦੇ ਬੰਦਨਾ ਕਰਨ ਯੋਗ ਪਰਮਾਤਮਾ ਸਰੂਪ ਸੁੱਖਾਂ ਦੇ ਦਾਤੇ ਸਤਿਗੁਰੂ ਜੀ ਮੁਕੰਦ ਆਨੰਦ ਕੋ ਦਰਸ਼ਨ ਦਾਨੀ। ਆਪ ਜੀ ਮੁਕਤੀ ਦੇ ਦਾਤੇ ਹੋ, ਆਨੰਦ ਨੂੰ ਪੈਦਾ ਕਰਨ ਵਾਲੇ, ਦਾਸਾਂ ਸੇਵਕਾਂ ਨੂੰ ਖੁਸ਼ੀਆਂ ਬਖਸ਼ਣ ਵਾਲੇ। ਸ਼੍ਰੀ ਕਰਤਾਰ ਮੁਰਾਰ ਅਘਾਰ। ਆਪ ਜੀ ਸੰਸਾਰ ਦੇ ਕਰਤੇ ਹੋ, ਮੁਰਨਾਮੇ ਰਾਖਸ਼ ਨੂੰ ਮਾਰਨ ਵਾਲੇ ਹੋ ਤੇ ਆਘਾਰ ਪਾਪਾਂ ਨੂੰ ਖਤਮ ਕਰਨ ਵਾਲੇ ਹੋ। ਲਿਓ ਅਵਤਾਰ ਸੋ ਮਨ ਮੈਂ ਮਾਨੀ।
ਆਪ ਜੀ ਨੇ ਮੇਰੇ ਭਰਾ ਸਤਿਗੁਰੂ ਨਾਨਕ ਦੇਵ ਜੀ ਦੇ ਰੂਪ ਵਿੱਚ ਅਵਤਾਰ ਲਿਆ, ਇਹ ਗੱਲ ਮੇਰੇ ਮਨ ਨੇ ਮੰਨੀ ਹੈ। ਏ ਸ਼ਰਧਾ ਮਸਾਜ ਹੈ, ਜੇ ਮੇਰੇ ਮਨ ਦੀ ਸ਼ਰਧਾ ਸੱਚੀ ਹੈ ਮੈਂ ਤੋ ਪ੍ਰਗਟ ਪਰਮਾਤਮਾ ਤਾਂ ਕਿਰਪਾ ਕਰੋ ਸਤਿਗੁਰੂ ਨਾਨਕ ਦੇਵ ਜੀ ਸਵੇਰੇ ਨਦੀ ਦੇ ਵਿੱਚੋਂ ਪ੍ਰਗਟ ਹੋ ਜਾਓ। ਸ਼ੋਕ ਹਰੋ ਨਿਜ ਲੋਕਨ ਕੋ, ਇਹਨਾਂ ਸਾਰੇ ਲੋਕਾਂ ਦਾ ਜਿਹੜਾ ਦੁੱਖ ਦੂਰ ਕਰੋ। ਸਹਿ ਸ਼ੋਕ ਕਰੋ ਜੋ ਮੂੜ ਮੁਕਮਾਨੀ, ਤੇ ਜਿਹੜੇ ਮੂਢ ਹੈ, ਗੁਮਾਨੀ ਲੋਕ ਹੈ, ਨਿੰਦਕ ਹੈ, ਉਹਨਾਂ ਨੂੰ ਸੋਗ ਦੇ ਸਹਿਤ ਕਰ ਦਿਓ, ਉਹਨਾਂ ਨੂੰ ਝੂਠੇ ਪਾਓ ਆ ਕੇ। ਦੀਨ ਦਿਆਲ ਸਦਾ ਹਰ ਘਾਲ, ਹੇ ਦੀਨਾਂ ਦੇ ਉੱਤੇ ਦਇਆ ਕਰਨ ਵਾਲੇ, ਦਇਆ ਦੇ ਘਰ, ਸਦਾ ਹੀ ਵੈਰੀਆਂ ਨੂੰ ਖਤਮ ਕਰਨ ਵਾਲੇ। ਸਵੈ ਤਜ ਸਾਧ ਦੀਨ ਕਲੰਕਾ, ਆਪ ਜੀ ਸਾਰਿਆਂ ਤੋਂ ਵਿਸ਼ਾਲ ਸਰੂਪ ਵਾਲੇ ਹੋ ਤੇ ਕਲੰਕ ਤੋਂ ਰਹਿਤ ਹੋ। ਏ ਜਨ ਲਾਲ ਪਖੰਡਨ ਸਾਧ, ਇਹ ਸੇਵਕਾਂ ਦੇ ਪਿਆਰੇ ਤੇ ਪਖੰਡ ਨੂੰ ਖਤਮ ਕਰਨ ਵਾਲੇ। ਹਰੈ ਜਮ ਜਾਲ ਕਰਾਲ ਅਤੰਕਾ, ਆਪ ਜੀ ਜਮਾਂ ਦੀਆਂ ਫਾਹੀਆਂ ਨੂੰ ਕੱਟਣ ਵਾਲੇ ਹੋ ਤੇ ਇਸੇ ਤਰ੍ਹਾਂ ਕਰਾਲ ਆਤੰਕਾ, ਆਪ ਜੀ ਪਖੰਡਾਂ ਨੂੰ ਸੱਲਣ ਵਾਲੇ ਹੋ ਤੇ ਭਿਆਨਕ ਜਿਹੜੇ ਪਖੰਡ ਆ ਉਹਨਾਂ ਨੂੰ ਦੂਰ ਕਰਨ ਵਾਲੇ ਹੋ। ਏ ਕਲ ਕਾਲ ਪੁਚਾਰ ਮਹਾ, ਸੋ ਇਸ ਪ੍ਰਕਾਰ ਆਪ ਜੀ ਕਲਯੁਗ ਦੇ ਸਮੇਂ ਦੇ ਵਿੱਚ ਜਿਹੜੀ ਇਹ ਭੈੜੀ ਚਾਲ ਚੱਲੀ ਜਾ ਰਹੀ ਹੈ, ਤਬ ਜਾਲ ਪਏ ਨਰੇ ਰਹਿਮਤ ਕਰੰਕਾ, ਸੋ ਸਾਰੇ ਹੀ ਲੋਕ ਜਿਹੜੇ ਬੜੇ ਪਾਪੀ ਬਣੇ ਹੋਏ ਹਨ ਇਸ ਕਲਯੁਗ ਦੇ ਸਮੇਂ ਦੇ ਵਿੱਚ, ਕੰਗਾਲ ਬੁੱਧੀ ਵਾਲੇ ਹਨ। ਸੋ ਉਪਾਰਨ ਕਾਰਨ ਰਾਵਨ ਰਾਵਰ, ਸੋ ਉਹਨਾਂ ਨੂੰ ਉਬਾਰਨ ਵਾਸਤੇ, ਤਾਰਨ ਵਾਸਤੇ ਆਪ ਜੀ ਕਾਇਆ ਧਰੀ ਮੁਖ ਚਾਲ ਮਯੰਕਾ, ਆਪ ਜੀ ਨੇ ਇਹ ਗੁਰੂ ਨਾਨਕ ਸਰੂਪ ਧਾਰਨ ਕੀਤਾ ਹੋਇਆ। ਆਪ ਜੀ ਦਾ ਮੁਖ ਜਿਹੜਾ ਬੜਾ ਸੁੰਦਰ, ਇਹ ਚੰਦਰਮਾ ਵਤ ਹੈ। ਦੋਹਰਾ ਅਸ ਪ੍ਰਕਾਰ ਤਨ ਸਜਨ ਕੋ, ਇਸ ਪ੍ਰਕਾਰ ਸਰੀਰ ਨੂੰ ਛੱਡਣੇ ਕਰਕੇ ਜੋ ਤੁਮਰ ਬਣਾਏ, ਤੁਹਾਡਾ ਬਣ ਨਹੀਂ ਆਉਂਦਾ ਇਸ ਤਰ੍ਹਾਂ ਸਰੀਰ ਛੱਡ ਦੇਣਾ। ਕੈਸੇ ਅੰਤਰ ਧਿਆਨ ਪਏ, ਸੋ ਇਸ ਤਰ੍ਹਾਂ ਕਿਵੇਂ ਤੁਸੀਂ ਅੰਤਰ ਧਿਆਨ ਹੋ ਗਏ। ਆਵੋ ਦਰਸ਼ ਦਿਖਾਏ, ਆ ਕੇ ਆਪਣੇ ਦਰਸ਼ਨ ਦਿਓ ਸਾਰਿਆਂ ਨੂੰ। ਕਾਰਜ ਬਨ ਪਰਵਾਜ ਵਿੱਚ, ਆਪ ਜੀ ਦਾ ਜਿਹੜਾ ਇਹ ਸੋਹਣਾ ਕਮਲਾ ਵਰਗਾ ਪਰਿਵਾਰ ਹੈ, ਸਰਬ ਭਗਿਓ ਕੁਮਲਾਏ, ਇਹ ਦੇਖੋ ਸਾਰਾ ਤੁਹਾਡੇ ਬਿਨਾਂ ਕੁਮਲਾ ਗਿਆ ਹੈ। ਹੋਰ ਪ੍ਰਭਾਕਰ ਸੇਜਰੋ, ਆਪ ਜੀ ਜਿਵੇਂ ਸੂਰਜ ਹੁੰਦਾ ਨਾ, ਸੂਰਜ ਚਮਕਦਾ, ਇਸ ਤਰ੍ਹਾਂ ਆ ਕੇ ਮਿਲੋ ਬਦਨ ਸੋ ਸਭ ਵਿਖਸਾਏ, ਤਾਂ ਕਿ ਸਾਰਿਆਂ ਦੇ ਚਿਹਰਿਆਂ ਦੇ ਉੱਤੇ ਸ਼ੋਭਾ ਛਾ ਜਾਵੇ। ਦੋਹਰਾ ਬਾਂਦਰ ਹੱਥ ਦੋਇ ਬੰਦ ਹੀ, ਸੋ ਇਸ ਪ੍ਰਕਾਰ ਭੈਣ ਨਾਨਕੀ ਨੇ ਹੱਥ ਜੋੜ ਜੋੜ ਕੇ ਸਤਿਗੁਰੂ ਦਾ ਧਿਆਨ ਧਰ ਕੇ ਬੰਦਨਾ ਨਮਸਕਾਰਾਂ ਕੀਤੀਆਂ। ਧਰ ਕਰ ਸੀ, ਧਰਤੀ ਦੇ ਉੱਤੇ ਸਿਰ ਰੱਖ ਰੱਖ ਕੇ, ਸੀਸ ਰੱਖ ਕੇ ਮੱਥਾ ਟੇਕਿਆ। ਹਰੀ ਪਤਗਿਆ ਮੈਂ ਜੋ ਮੁਖ, ਕਹਿਣ ਲੱਗੀ ਜਿਹੜੀ ਪ੍ਰਤੱਗਿਆ ਮੈਂ ਆਪਣੇ ਮੂੰਹੋਂ ਕੀਤੀ ਹੈ, ਪੂਰੋ ਸ੍ਰੀ ਜਗਦੀਸ਼, ਇਹ ਜਗਤ ਦੇ ਮਾਲਕ ਸਤਿਗੁਰੂ ਜੀ ਉਹਨੂੰ ਪੂਰਿਆਂ ਕਰੋ। ਸਰਬ ਰੈਣ ਬਿਨ ਸੈਨ ਕੇ, ਸਾਰੀ ਰਾਤ ਜਿਹੜੀ ਇਸ ਪ੍ਰਕਾਰ ਬਿਨਾਂ ਸੁੱਤੇ ਹੀ ਜਾਗਦਿਆਂ ਲੰਘ ਗਈ। ਕੈ ਤੁਸ ਦਸ ਪੇ ਬੈਨ, ਸਤਿਗੁਰੂ ਪਾਤਸ਼ਾਹ ਜੀ ਦੀ ਮਹਿਮਾ ਦੇ ਬਚਨ ਕਰਦਿਆਂ ਹੋਇਆਂ ਰਾਤ ਰਾਤ ਪ੍ਰੀਤ ਕਰ, ਇਉਂ ਆਪਣੇ ਭਰਾ ਦੀ ਆਰਾਧਨਾ ਕੀਤੀ ਬੜੇ ਪ੍ਰੇਮ ਧਾਰ ਕੇ। ਹਿਰਦੈ ਚਿਤਵ ਗੁਣੈਨ, ਆਪਣੇ ਹਿਰਦੇ ਵਿੱਚ ਭਰਾ ਨਹੀਂ ਜਾਣਿਆ, ਬਲਕਿ ਗੁਣਾਂ ਦਾ ਐਨ, ਗੁਣਾਂ ਦਾ ਘਰ ਪ੍ਰਮਾਤਮਾ ਹੀ ਜਾਣਿਆ। ਅਸ ਪ੍ਰਕਾਰ ਦੀ ਪੁਰ ਵਿਖੈ, ਇਸ ਪ੍ਰਕਾਰ ਸੁਲਤਾਨਪੁਰ ਨਗਰ ਦੇ ਵਿੱਚ ਸੁਨੋ ਗੌਰ ਗੁਰ ਹਾਥ, ਜਿਵੇਂ ਗਾਥਾ ਹੋਈ, ਜਿਵੇਂ ਕਥਾ ਵਾਰਤਾ ਵਰਤੀ, ਉਹ ਸੁਣਿਓ ਅੱਗੇ। ਤਦ ਸੰਤੋਖ ਸੰਗ ਸਿਮਰਨ, ਕਵੀ ਸੰਤੋਖ ਸਿੰਘ ਜੀ ਕਹਿੰਦਾ, ਮੈਂ ਐਸੇ ਸਤਿਗੁਰੂ ਨਾਨਕ ਦੇਵ ਮਹਾਰਾਜ ਦਾ ਨਿਤ ਹੀ ਸਿਮਰਨ ਕਰਦਾ ਹਾਂ ਮੰਦੋ ਧਰ ਪਦਮਾਦ, ਔਰ ਉਹਨਾਂ ਦੇ ਚਰਨਾਂ ਦੇ ਉੱਤੇ ਮੱਥਾ ਰੱਖ ਕੇ ਮੈਂ ਉਹਨਾਂ ਨੂੰ ਨਮਸਕਾਰਾਂ ਕਰਦਾ ਹਾਂ, ਉਹਨਾਂ ਨੂੰ ਮੱਥਾ ਟੇਕਦਾ ਹਾਂ। ਐਸੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦਾ ਸਾਰੇ ਤੁਸੀਂ ਧਿਆਨ ਧਰੋ, ਸਾਰੇ ਉਹਨਾਂ ਦਾ ਸਿਮਰਨ ਕਰੋ ਤੇ ਉਹਨਾਂ ਦੇ ਚਰਨਾਂ ਦੇ ਉੱਤੇ ਮੱਥਾ ਰੱਖ ਕੇ ਉਹਨਾਂ ਨੂੰ ਨਮਸਕਾਰਾਂ ਕਰੋ। ਇੱਥੇ ਇਸ ਅਧਿਆਏ ਦੀ ਸਮਾਪਤੀ ਹੈ। ਅੱਗੇ ਜਿਵੇਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੀਜੇ ਦਿਨ ਵੇਈ ਨਦੀ ਤੋਂ ਬਾਹਰ ਪ੍ਰਗਟ ਹੋਣਗੇ, ਮੋਦੀ ਦਾ ਕੰਮਕਾਰ ਤਿਆਗ ਦੇਣਗੇ, ਜਿਵੇਂ ਅੱਗੇ ਇਤਿਹਾਸ ਆਵੇਗਾ। ਗੁਰੂ ਕਿਰਪਾ ਦੁਆਰਾ ਕੱਲ੍ਹ ਦੇ ਦੀਵਾਨ ਵਿੱਚ ਰਲ ਮਿਲ ਕੇ ਵਿਚਾਰਾਂ ਦੀ ਸਾਂਝ ਪਾਵਾਂਗੇ। ਅੱਜ ਦੀ ਕਥਾ ਵਿਚਾਰ ਦੌਰਾਨ ਹੋਈਆਂ ਬੇਅੰਤ ਭੁੱਲਾਂ ਦੀ ਆਪ ਸਮੂਹ ਸੰਗਤਾਂ ਨੇ ਖਿਮਾ ਬਖਸ਼ਣੀ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਕਿਰਪਾ ਕਰਨ, ਸਮੱਤ ਬਖਸ਼ਣ। ਆਪ ਜੀ ਨੇ ਗੁਰੂ ਚਰਨਾਂ ਵਿੱਚ ਅਰਦਾਸ ਕਰਨੀ, ਸਤਿਗੁਰੂ ਮਿਹਰ ਕਰਕੇ ਸੇਵਾ ਸਿਮਰਨ ਦੀ ਦਾਤ ਬਖਸ਼ਿਸ਼ ਕਰਨ। ਦੇਹੋ ਸੱਜਣ ਅਸੀਸੜੀਆਂ,
ਜਿਉ ਹੋਵੈ ਸਾਹਿਬ ਸਿਉ ਮੇਲ। ਆਸ ਪ੍ਰਕਾਰ ਕੀ ਪੁਰ ਵਿਕੈ ਸੁਨੋ ਬੌਰ ਗੁਰ ਗਾਥ ਕਾਵੇ ਸੰਤੋਖ ਸਿੰਘ ਸਿਮਰ ਨਿਤ ਬੰਦੋ ਧਰ ਪਦ ਮਾਥ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।